ਕਿਸੇ ਤੋਂ ਘੱਟ ਨਹੀਂ ਨੇ। ਅੱਜ ਅਜਿਹੀ ਕੁੜੀ ਦੇ ਨਾਲ ਤੁਹਾਨੂੰ ਮੁਲਾਕਾਤ ਕਰਵਾਉਣ ਜਾ ਰਹੇ ਹਾਂ। 23 ਸਾਲ ਜਿਸ ਦੀ ਉਮਰ ਹੈ ਔਰ ਪੰਜਾਬ ਦੇ ਵਿੱਚ ਆਪਣੀ ਇੰਡਸਟਰੀ ਚਲਾਉਂਦੀ ਹੈ। ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਸ ਫੀਲਡ ਦੇ ਵਿੱਚ ਆਏ? ਮੈਮ ਮੈਨੂੰ ਇਸ ਫੀਲਡ ਦੇ ਵਿੱਚ 6 ਇਅਰਸ ਹੋ ਚੁੱਕੇ ਨੇ। 4 ਇਅਰਸ ਮੇਰੀ ਟ੍ਰੇਨਿੰਗ ਸੀ, 2 ਇਅਰ ਤੋਂ ਮੈਂ ਵਰਕਿੰਗ 'ਚ। ਸ਼ੌਕ ਸੀਗਾ ਇੱਥੇ ਆਉਣ ਦਾ ਜਾਂ ਫਿਰ ਬਾਈ ਡੈਸਟੀਨੀ ਆ? ਇਹ ਫਾਦਰ ਦਾ ਡਿਸਾਈਡਡ ਸੀਗਾ ਕਿਉਂਕਿ ਉਹ ਚਾਹੁੰਦੇ ਸੀ ਕਿ ਮੇਰੇ ਕੋਲ ਸਿਖਾਉਣ ਨੂੰ ਬਹੁਤ ਕੁਝ ਹੈ, ਮੈਂ ਇਹਨੂੰ ਸਿਖਾਵਾਂ। ਮੇਰਾ ਦੂਸਰੀ ਫੀਲਡ 'ਚ ਇੰਟਰਸਟ ਸੀਗਾ ਬਟ ਇੱਕ ਪੁਆਇੰਟ 'ਤੇ ਜਾ ਕੇ ਮੈਨੂੰ ਰਿਅਲਾਈਜ਼ ਹੋਇਆ ਕਿ ਨਹੀਂ, ਜਿਸ ਚੀਜ਼ 'ਚ ਇੰਟਰਸਟ ਮੇਰਾ ਹੈ ਉਹ ਮੈਂ ਪੂਰੀ ਤਰ੍ਹਾਂ ਕਰ ਨਹੀਂ ਪਾਉਂਗੀ। ਕਿਹੜੇ ਚੈਲੰਜਸ ਆਏ? ਬਿਕੋਜ਼ ਬੀਇੰਗ ਅ ਗਰਲ, ਜਿਵੇਂ ਆਪਾਂ ਕਹਿ ਦਿੰਦੇ ਆ, ਜਦੋਂ ਆਪਾਂ ਗੱਲ ਵੀ ਕਰ ਰਹੇ ਸੀ ਕਿ ਕੁੜੀਆਂ ਬਹੁਤ ਘੱਟ ਹੁੰਦੇ ਇਸ ਫੀਲਡ ਦੇ ਵਿੱਚ, ਤੁਹਾਨੂੰ ਕਿਹੜੇ ਚੈਲੰਜ ਤੇ ਕਿ ਮੈਂ ਆਪਣੀ ਟੀਮ ਦੇ ਵਿੱਚ ਸਭ ਤੋਂ ਛੋਟੀ ਹਾਂ, ਤਾਂ ਜਦੋਂ ਇੱਕਦਮ ਛੋਟਾ ਲੀਡ ਤੇ ਆਉਂਦਾ ਨਾ ਫਿਰ ਥੋੜੇ ਕਮਿਊਨੀਕੇਸ਼ਨ ਗੈਪਸ ਵੀ ਪੈਣ ਲੱਗ ਜਾਂਦੇ ਆ। ਇੱਥੇ ਕੁੜੀਆਂ ਵੀ ਦਿਖ ਰਹੀਆਂ ਬਹੁਤ ਯੰਗ ਤੁਹਾਡੀ ਏਜ ਦੀਆਂ। ਇਹੀ ਸੈਕਸ਼ਨ ਦੇ ਇੰਚਾਰਜ ਨੇ, ਇਹ ਸੈਕਸ਼ਨ ਦੀਆਂ ਇੰਚਾਰਜ ਸਾਰੀਆਂ ਫੀਮੇਲਸ ਨੇ। 2 ਤੋਂ 3 ਸੈਕਸ਼ਨ ਨੇ ਸਾਡੇ ਰॉ ਮਟੀਰੀਅਲ ਦੇ, ਉਹ ਸਾਰੇ ਫੀਮੇਲਸ ਅੰਡਰ ਨੇ। ਕਿਵੇਂ ਉਹਨਾਂ ਨੂੰ ਸਿਖਾਉਂਦੇ ਹੋ? ਕਿਉਂਕਿ ਇਹ ਸਾਰੀ ਬਹੁਤ ਘੱਟ ਉਮਰ ਦੀਆਂ ਨੇ, ਕੋਈ ਪੜ੍ਹਾਈ ਕਰ ਰਿਹਾ ਹੋਏਗਾ, ਕੋਈ ਸਿੱਖ ਰਿਹਾ ਹੋਏਗਾ, ਕੋਈ ਸ਼ਾਇਦ ਬਿਨਾਂ ਪੜ੍ਹੇ ਇੱਥੇ ਆਇਆ ਹੋਏਗਾ। ਸਾਡੀ ਡਿਜ਼ਾਈਨਿੰਗ ਟੀਮ ਦੇ ਵਿੱਚ ਸਾਰੀਆਂ ਫੀਮੇਲਸ ਨੇ, ਤਾਂ ਇੱਕ ਦੂਜੇ ਨੂੰ ਹੋਰ ਵੀ ਜ਼ਿਆਦਾ ਬੈਟਰ ਸਿਖਾ ਸਕਦੀਆਂ ਨੇ। ਵੈਸੇ ਤਾਂ ਕਹਿੰਦੇ ਨੇ ਕਿ ਕੁੜੀਆਂ ਇਸ ਫੀਲਡ ਦੇ ਵਿੱਚ ਕੰਮ ਨਹੀਂ ਕਰਦੀਆਂ, ਬਟ ਇੱਥੇ ਮੈਂ ਦੇਖ ਰਹੀ ਹਾਂ ਤੁਸੀਂ ਆਪ ਹੈਡ ਕਰ ਰਹੇ ਹੋ ਔਰ ਇੱਥੇ ਕੁੜੀਆਂ ਕੰਮ ਕਰ ਰਹੀਆਂ। ਦੇਖੋ ਫੀਲਡਸ ਰਿਸਟ੍ਰਿਕਟਿਵ ਨਹੀਂ ਹੁੰਦੇ। ਜੇ ਆਪਾਂ ਰਿਸਟ੍ਰਿਕਟ ਦੀ ਗੱਲ ਕਰੀਏ ਤਾਂ ਕੋਈ ਕੁਕਿੰਗ ਦਾ ਫੀਲਡ ਕਹੇ ਤਾਂ ਦੁਨੀਆ ਦੇ ਟਾਪ ਦੇ ਸਾਰੇ ਸ਼ੈਫ ਲੜਕੇ ਨੇ। ਇਸ ਇੰਡਸਟਰੀ ਦੇ ਵਿੱਚ ਤੁਸੀਂ ਕੀ ਮੈਨੇਜ ਕਰਦੇ ਹੋ? ਕਿਹੜੀ ਚੀਜ਼ਾਂ ਤੁਹਾਡੀ ਦੇਖ ਰੇਖ ਦੇ ਵਿੱਚ ਰਹਿੰਦੀ ਹੈ? ਵੈਸੇ ਤਾਂ ਜੋ ਮੇਰੀ ਡੈਜ਼ਿਗਨੇਸ਼ਨ ਹੈ, ਮੈਂ ਹੈਡ ਆਫ ਡਿਪਾਰਟਮੈਂਟ ਆ ਡਿਜ਼ਾਈਨ ਤੇ ਪ੍ਰੋਡਕਸ਼ਨ ਦੀ। ਤੁਹਾਡੇ ਫਾਦਰ ਇਸ ਲਾਈਨ ਦੇ ਵਿੱਚ ਨੇ, ਹੈ ਨਾ? ਜਦੋਂ ਬੱਚਾ ਲਾਈਨ ਦੇ ਵਿੱਚ ਆਉਂਦਾ ਹੈ, ਬਿਕੋਜ਼ ਆਫ ਏਜ ਗੈਪ, ਕਮਿਊਨੀਕੇਸ਼ਨ ਬਹੁਤ ਔਖੀ ਰਹਿੰਦੀ ਹੈ, ਵਿਚਾਰਧਾਰਾ ਨਹੀਂ ਮਿਲਦੀ, ਕਲੈਸ਼ ਆਫ ਓਪੀਨੀਅਨਸ ਹਮੇਸ਼ਾ ਰਹਿੰਦੇ। ਪਹਿਲਾਂ ਤਾਂ ਉਹਨਾਂ ਦਾ ਇੱਕ ਰੂਲ ਸੀ ਕਿ ਕੋਈ ਵੀ ਗੱਲ ਹੈ ਤਾਂ ਮੈਨੂੰ ਤੇਥੋਂ ਪਤਾ ਲੱਗਣੀ ਚਾਹੀਦੀ ਹੈ, ਇਹ ਨਾ ਹੋਵੇ ਤੇਰੇ ਰਿਲੇਟਡ ਹੋਵੇ, ਮੈਨੂੰ ਕਿਸੇ ਤੋਂ ਪਤਾ ਲੱਗੇ। ਜਦੋਂ ਗਲਤੀ ਹੁੰਦੀ ਹੈ ਫਿਰ ਆਪ ਦੱਸ? ਹਾਂ, ਮੈਂ ਖੁਦ ਹੀ ਜਾ ਕੇ ਬਹੁਤ ਵਾਰੀ ਦੱਸ ਦਿੰਦੀ ਹਾਂ ਕਿ ਮੇਰੇ ਤੋਂ ਆ ਹੋ ਗਿਆ ਜਾਂ ਮੈਂ ਆ ਕਰਤਾ। ਉਹਨਾਂ ਨੇ ਹਮੇਸ਼ਾ ਮੈਨੂੰ ਚੀਜ਼ਾਂ ਦੇ ਨਾ ਪਲੱਸ ਮਾਈਨਸ ਦੱਸਣੇ ਕਿ ਇਹਦਾ ਇਹ ਪਲੱਸ ਹੈ, ਇਹਦਾ ਇਹ ਮਾਈਨਸ ਹੈ। ਇਹ ਤਾਂ ਨਹੀਂ ਫੀਲ ਹੁੰਦਾ ਕਿ ਮੈਂ ਬਹੁਤ ਜ਼ਿਆਦਾ ਕੰਮ ਕਰ ਰਹੀ ਹਾਂ, ਹਾਲੇ ਛੋਟੀ ਉਮਰ ਹੈ, ਨਾਲ ਇੰਜੋਇਮੈਂਟ ਵੀ ਹੋਣੀ ਚਾਹੀਦੀ ਹੈ, ਜਾਂ ਕੰਮ ਦੇ ਵਿੱਚ ਜ਼ਿਆਦਾ ਟਾਈਮ ਲਗਾ ਰਹੀ ਹਾਂ? ਮੈਨੂੰ ਇਹ ਲੱਗਦਾ ਕਿ ਜਿੰਨਾ ਮੈਂ ਇਸ ਟਾਈਮ ਇੰਜੋਏ ਕਰ ਰਹੀ ਹਾਂ ਉਹਨਾਂ ਕੋਈ ਕਰ ਵੀ ਨਹੀਂ ਸਕਦਾ। ਇਸ ਕੰਮ ਨੇ ਮੈਨੂੰ ਪੂਰਾ ਇੰਡੀਆ ਘੁਮਾਦਾ। ਜਦੋਂ ਤੁਸੀਂ ਕਹਿ ਰਹੇ ਸੀ ਸਾਨੂੰ ਫੀਮੇਲ ਸਟਾਫ ਦੀ ਰਿਕੁਆਇਰਮੈਂਟ ਰਹਿੰਦੀ ਹੈ, ਤਾਂ ਲੱਭ ਜਾਂਦਾ ਈਜ਼ੀਲੀ ਜਾਂ ਫਿਰ ਚੈਲੰਜਸ ਆਉਂਦੇ ਉਹਦੇ 'ਚ? ਡਰਾਬੈਕ ਇਹ ਹੈ ਕਿ ਲੋਕ ਇੰਜੀਨੀਅਰਿੰਗ ਦੀ ਫੀਲਡ ਤੋਂ ਨਾ ਡਰਦੇ ਨੇ। ਜਦੋਂ ਟ੍ਰੇਨਿੰਗ ਪੀਰੀਅਡ ਹੁੰਦਾ ਹੈ ਤਾਂ ਜੌਬ ਹਾਰਡ ਹੁੰਦੀ ਹੈ ਕਿਉਂਕਿ ਉਸ ਟਾਈਮ ਤੋਂ ਉਹਨੂੰ ਸਾਰਾ ਕੁਝ ਸਿਖਾਉਣਾ ਹੈ। ਉਹ ਤੋਂ ਬਾਅਦ ਉਹ ਹੌਲੀ ਹੌਲੀ ਸੌਫਟ 'ਚ ਕਨਵਰਟ ਹੁੰਦੀ ਜਾਂਦੀ ਹੈ। ਫੀਮੇਲਸ ਲਈ ਤਾਂ ਸਪੈਸ਼ਲੀ ਹੁੰਦੀ ਜਾਂਦੀ ਹੈ। ਫਿਰ ਲੌਂਗ ਟਾਈਮ ਰਹਿੰਦੇ ਇੱਥੇ EMPLOYEES ਜਿਹੜੇ ਆਉਂਦੇ ਆ ਟ੍ਰੇਨਿੰਗ ਪੀਰੀਅਡ ਤੋਂ ਬਾਅਦ ਇੱਥੇ? ਕੁਝ ਬੱਚੇ ਨੇ ਜਿਹੜੇ ਬਹੁਤ ਅੱਛਾ ਪਰਫਾਰਮ ਕਰਦੇ ਨੇ, ਜਿਵੇਂ ਲੜਕੀਆਂ ਨੇ ਉਹ ਲੌਂਗ ਟਾਈਮ ਵੀ ਚਲੇ ਹਨ ਸਾਡੇ ਕੋਲ, 7-7 8-8 ਸਾਲ ਵੀ ਲਗਾਏ ਨੇ ਉਹਨਾਂ ਨੇ ਵਰਕਿੰਗ ਦੇ ਵਿੱਚ। ਟ੍ਰੇਨਿੰਗ ਦੀ ਫੀਸ ਕਿੰਨੀ ਲੈਂਦੀ ਹੋ ਔਰ ਕਿਵੇਂ ਪ੍ਰੋਸੀਜਰ ਚੱਲਦਾ ਹੈ? ਟ੍ਰੇਨਿੰਗ ਦੀ ਸਾਡੀ ਫੀਸ ਕੋਈ ਨਹੀਂ ਹੈ, ਫੀਸ ਨਹੀਂ ਲੈਂਦੇ? ਚਾਰजेस ਨਹੀਂ ਹੈ, ਰਹਿਣ ਦੇ ਚਾਰजेस ਨਹੀਂ ਹੈ, ਖਾਣੇ ਦੇ ਚਾਰजेस ਨਹੀਂ ਹੈ। ਇਹ ਸਾਰਾ ਤੁਹਾਡੇ ਵੱਲੋਂ ਹੈ? ਇਹ ਅਸੀਂ ਜਿੰਨਾ ਮਤਲਬ ਅਰਨ ਕਰਦੇ ਹਾਂ ਜਾਂ ਤਾਂ ਅਸੀਂ ਉਹ ਫੈਕਟਰੀ ਦੀ ਡਿਵੈਲਪਮੈਂਟ ਤੇ ਲਗਾ ਦਿੰਦੇ ਹਾਂ ਜਾਂ ਫਿਰ ਸਟੂਡੈਂਟਸ ਦੀ ਐਜੂਕੇਸ਼ਨ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸਨੂਰ ਤਵਨ। ਜ਼ਮਾਨਾ ਬਹੁਤ ਬਦਲ ਰਿਹਾ ਹੈ। ਪਹਿਲੇ ਹੁੰਦਾ ਸੀਗਾ ਕਿ ਇੱਕ ਲਿਸਟ ਆਫ ਟਾਸਕ ਡਿਸਾਈਡਡ ਹੁੰਦੀ ਸੀ ਕਿ ਕਿਹੜੇ ਕੰਮ ਮੁੰਡੇ ਕਰ ਸਕਦੇ ਨੇ ਔਰ ਕਿਹੜੇ ਕੰਮ ਕੁੜੀਆਂ ਕਰ ਸਕਦੀਆਂ ਨੇ, ਪਰ ਅੱਜ ਕੁੜੀਆਂ ਕਿਸੇ ਤੋਂ ਘੱਟ ਨਹੀਂ ਨੇ। ਅੱਜ ਅਜਿਹੀ ਕੁੜੀ ਦੇ ਨਾਲ ਤੁਹਾਨੂੰ ਮੁਲਾਕਾਤ ਕਰਵਾਉਣ ਜਾ ਰਹੇ ਹਾਂ। 23 ਸਾਲ ਜਿਸ ਦੀ ਉਮਰ ਹੈ ਔਰ ਪੰਜਾਬ ਦੇ ਵਿੱਚ ਆਪਣੀ ਇੰਡਸਟਰੀ ਚਲਾਉਂਦੀ ਹੈ। ਕਿਹੜਾ ਕੰਮ ਕਰਦੀ ਹੈ, ਲੋਕਾਂ ਨੂੰ ਟ੍ਰੇਨਿੰਗ ਵੀ ਦਿੰਦੀ ਹੈ ਔਰ ਇਹ ਤੁਸੀਂ ਫੈਕਟਰੀ ਵੀ ਦੇਖ ਸਕਦੇ ਹੋ ਜਿਹੜੀ ਇੰਡਸਟਰੀ ਇੱਥੇ ਲਗਾਈ ਹੋਈ ਹੈ ਕੁੜੀਆਂ ਨੇ। ਔਰ ਆਰਡਰ ਇਕੱਲੇ ਪੰਜਾਬ ਦੇ ਨਹੀਂ, ਪੂਨੇ, ਮਹਾਰਾਸ਼ਟਰ, ਕੇਰਲਾ, ਬੈਂਗਲੌਰ ਔਰ ਹੋਰ ਕਈ ਥਾਵਾਂ ਤੇ ਇਹਦੇ ਆਰਡਰਸ ਉੱਥੇ ਪਹੁੰਚਦੇ ਨੇ ਔਰ ਪਾਵਰ ਹਾਊਸ ਆਫ ਇਲੈਕਟ੍ਰਿਸਿਟੀ ਤਿਆਰ ਕੀਤਾ ਜਾਂਦਾ ਹੈ। ਤਾਂ ਬਿਨਾਂ ਦੇਰੀ ਦੇ ਇਸ ਕੁੜੀ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਆ। ਬੜੇ ਚਰਚੇ ਹੋ ਰਹੇ ਨੇ, ਖੁਸ਼ਪ੍ਰੀਤ ਦੇ ਨਾਲ ਤੁਹਾਡੀ ਮੁਲਾਕਾਤ ਕਰਾ ਰਹੇ ਹਾਂ। ਡੇਲੀ ਪੋਸਟ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸੋ ਮਚ ਮੈਮ। ਇੰਨੀ ਛੋਟੀ ਉਮਰ ਦੇ ਵਿੱਚ ਆਪਣਾ ਸਾਰਾ ਕਾਰੋਬਾਰ ਚਲਾ ਰਹੇ ਹੋ, ਆਪਣੀ ਇੰਡਸਟਰੀ ਚਲਾ ਰਹੇ ਹੋ। ਸਭ ਤੋਂ ਪਹਿਲਾ ਸਵਾਲ, ਇੱਥੇ ਇੰਡਸਟਰੀ ਦੇ ਵਿੱਚ ਹੁੰਦਾ ਕੀ ਹੈ? ਮੈਮ ਬੇਸਿਕਲੀ ਇਹ ਕੰਟਰੋਲ ਪੈਨਲ ਮੈਨੂਫੈਕਚਰਿੰਗ ਯੂਨਿਟ ਹੈ ਤੇ ਸਾਡਾ ਬੇਸਿਕ ਕੰਮ ਪਾਵਰ ਹਾਊਸ ਡਿਜ਼ਾਈਨ ਕਰਨਾ ਹੈ ਬੜੀ ਇੰਡਸਟਰੀਜ਼ ਲਈ। ਕਿਹੜੀ ਇੰਡਸਟਰੀਜ਼ ਦੀ ਡਿਜ਼ਾਈਨ ਕਰਦੇ ਹੋ? ਬੇਸਿਕਲੀ ਇਹਦੇ ਵਿੱਚ ਸਾਰੀ ਆਉਂਦੀ ਹੁੰਦੀ ਹੈ। ਸ਼ੂਗਰ ਇੰਡਸਟਰੀ ਆ ਜਾਂਦੀ ਹੈ, ਆਪਣੀ ਡਿਸਟੀਲੇਸ਼ਨ ਆ ਜਾਂਦੀ ਹੈਗੀ, ਸਾਰੀ ਆ ਜਾਂਦੀਆਂ ਨੇ, ਸਪਿਨਿੰਗ, ਰੋਲਿੰਗ। ਐਕਚੁਅਲੀ ਕੀ ਹੈ ਕਿ ਪਾਵਰ ਹਰ ਜਗ੍ਹਾ ਹੈ ਇੰਡਸਟਰੀ ਦੇ ਵਿੱਚ, ਤਾਂ ਸਾਡਾ ਕੰਮ ਹਰ ਇੰਡਸਟਰੀਅਲ ਸੈਕਟਰ ਦੇ ਵਿੱਚ ਜੀ। ਔਰ ਇਹ ਜਿਹੜੇ ਪੈਨਲਸ ਵਗੈਰਾ ਬਣਾਏ ਹੋਏ ਨੇ, ਇਹਨਾਂ ਦਾ ਕੰਮ ਕੀ ਹੁੰਦਾ? ਕਿਉਂਕਿ ਆਪਾਂ ਦੇਖਦੇ ਤਾਂ ਇਹਨਾਂ ਨੂੰ ਹਰ ਜਗ੍ਹਾ ਹੈਗੇ ਆ, ਬਟ ਪਤਾ ਸ਼ਾਇਦ ਲੋਕਾਂ ਨੂੰ ਨਾ ਹੋਏ ਕਿ ਇਹਨਾਂ ਦਾ ਕੰਮ ਕੀ ਹੁੰਦਾ। ਓਕੇ, ਇਹਦੀ ਇੱਕ ਛੋਟੀ ਐਗਜ਼ਾਮਪਲ ਲੈ ਸਕਦੇ ਹਾਂ ਕਿ ਜਿਵੇਂ ਆਪਣੇ ਘਰ ਦੇ ਵਿੱਚ ਮੇਨ ਸਵਿਚ ਬੋਰਡ ਹੁੰਦਾ ਹੈ, ਜਿੱਥੋਂ ਆਪਣੇ ਘਰ ਦੇ ਹਰ ਸੈਕਸ਼ਨ ਨੂੰ ਸਪਲਾਈ ਜਾਂਦੀ ਹੈ। ਇਹ ਬੇਸਿਕਲੀ ਇੰਡਸਟਰੀ ਦਾ ਸਵਿਚ ਬੋਰਡ ਨੇ। ਇਹਨਾਂ ਕੋਲੇ ਬੇਸਿਕ ਪਾਵਰ ਆਣੀ ਹੈ, ਫਿਰ ਉਹ ਪਾਵਰ ਪਿੱਛੋਂ ਜਨਰੇਟਰ ਤੋਂ ਆ ਰਹੀ ਹੈ, ਟਰਬਾਈਨਸ ਤੋਂ ਆ ਰਹੀ ਹੈ, ਕਿਤੋਂ ਵੀ ਆ ਰਹੀ ਹੈ।
ਇਹਨਾਂ ਕੋਲ ਪਾਵਰ ਆਣੀ ਹੈ ਔਰ ਇਹਨਾਂ ਨੇ ਸੇਫਲੀ ਹਰ ਸੈਕਸ਼ਨ ਨੂੰ ਡਿਸਟ੍ਰੀਬਿਊਟ ਕਰਨੀ ਹੈ। ਸੋ ਇਹ ਕੰਮ ਸਾਰਾ ਸੇਫਲੀ ਕਰ ਦਿੰਦੇ। ਬਿਲਕੁਲ। ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਸ ਫੀਲਡ ਦੇ ਵਿੱਚ ਆਏ? ਮੈਮ ਮੈਨੂੰ ਇਸ ਫੀਲਡ ਦੇ ਵਿੱਚ 6 ਇਅਰਸ ਹੋ ਚੁੱਕੇ ਨੇ। 4 ਇਅਰਸ ਮੇਰੀ ਟ੍ਰੇਨਿੰਗ ਸੀ, 2 ਇਅਰ ਤੋਂ ਮੈਂ ਵਰਕਿੰਗ 'ਚ ਹਾਂ। ਟ੍ਰੇਨਿੰਗ ਕਿੱਥੇ ਕੀਤੀ ਸੀ? ਇੱਥੇ ਕੀਤੀ ਸੀ? ਹਾਂਜੀ, ਟ੍ਰੇਨਿੰਗ ਰੈਗੂਲਰ ਡਾਇਟ ਦੇ ਨਾਲ ਬਾਕੀ ਟੀਮ ਮੈਂਬਰਸ ਦੇ ਨਾਲ। ਉਦੋਂ ਐਸ ਟ੍ਰੇਨੀ ਸੀਗੇ, ਹੁਣ ਵਰਕਿੰਗ 'ਚ ਆਂਗੇ। ਤੇ ਫਾਦਰ ਸਾਹਿਬ ਨੇ ਸਿੱਧਾ ਨਾਲ ਟ੍ਰੇਨਿੰਗ ਤੇ ਰੱਖਿਆ? ਹਾਂ ਹਾਂਜੀ ਬਿਲਕੁਲ, ਸਾਰੀ ਬੀਟੈਕ ਦੇ ਦੌਰਾਨ ਟ੍ਰੇਨਿੰਗ ਤੇ ਹੀ ਰਹੇ। ਸ਼ੌਕ ਸੀਗਾ ਇੱਥੇ ਆਉਣ ਦਾ ਜਾਂ ਫਿਰ ਬਾਈ ਡੈਸਟੀਨੀ ਆ ਗਏ? ਨਹੀਂ, ਬਾਈ ਡੈਸਟੀਨੀ ਨਹੀਂ, ਇਹ ਫਾਦਰ ਦਾ ਡਿਸਾਈਡਡ ਸੀਗਾ ਕਿਉਂਕਿ ਉਹ ਚਾਹੁੰਦੇ ਸੀ ਕਿ ਮੇਰੇ ਕੋਲ ਸਿਖਾਉਣ ਨੂੰ ਬਹੁਤ ਕੁਝ ਹੈ, ਮੈਂ ਇਹਨੂੰ ਸਿਖਾਵਾਂ। ਮੇਰਾ ਦੂਸਰੀ ਫੀਲਡ 'ਚ ਇੰਟਰਸਟ ਸੀਗਾ ਬਟ ਇੱਕ ਪੁਆਇੰਟ ਤੇ ਜਾ ਕੇ ਮੈਨੂੰ ਰੀਅਲਾਈਜ਼ ਹੋਇਆ ਕਿ ਨਹੀਂ, ਜਿਸ ਚੀਜ਼ 'ਚ ਇੰਟਰਸਟ ਮੇਰਾ ਹੈ ਉਹ ਮੈਂ ਪੂਰੀ ਤਰ੍ਹਾਂ ਕਰ ਨਹੀਂ ਪਾਉਂਗੀ। ਤਾਂ ਕਰਕੇ ਉਹਨਾਂ ਦੇ ਡਿਸੀਜਨ ਦੇ ਨਾਲ ਵੀ ਚਲੋ ਗੋ ਥਰੂ ਇਟ। ਅੱਛਾ, ਫੈਕਟਰੀ ਦੇ ਵਿੱਚ ਇੰਡਸਟਰੀ ਦੇ ਵਿੱਚ ਹੋਰ ਕੀ ਕੀ ਹੈ, ਕਿਹੜੇ ਕਿਹੜੇ ਯੂਨਿਟਸ ਨੇ, ਇੱਕ ਵਾਰ ਨਜ਼ਰ ਮਾਰਦੇ ਆ। ਬਿਲਕੁਲ, ਜਿਵੇਂ ਫਸਟ ਸਾਡਾ ਕੰਮ ਸ਼ੁਰੂ ਹੁੰਦਾ ਹੈ ਰॉ ਮਟੀਰੀਅਲ ਤੋਂ, ਤਾਂ ਉੱਥੇ ਹੁੰਦਾ ਸ਼ੀਟ ਮੈਟਲ ਦੀ ਹੈ। ਸਭ ਤੋਂ ਪਹਿਲਾਂ ਵੈਸੇ ਬੇਸਿਕਲੀ ਡਿਜ਼ਾਈਨ ਆਉਂਦਾ ਹੈ। ਜਦੋਂ ਕਸਟਮਰ ਰਿਕੁਆਇਰਮੈਂਟ ਆਉਂਦੀ ਹੈ ਅਸੀਂ ਉਸ ਦੇ ਹਿਸਾਬ ਨਾਲ ਡਿਜ਼ਾਈਨ ਕਰਦੇ ਹਾਂ। ਜੋ ਡਿਜ਼ਾਈਨਡ ਹੁੰਦੇ ਨੇ ਆਰਡਰ ਹੋਣ ਤੋਂ ਬਾਅਦ ਉਹੀ ਸਾਡੀ ਟੀਮ ਨੂੰ ਇਸ਼ੂ ਹੁੰਦੇ ਆ ਡਰਾਇੰਗਸ। ਸਭ ਤੋਂ ਪਹਿਲਾਂ ਰॉ ਮਟੀਰੀਅਲ ਤੇ ਆਉਂਦਾ ਹੈ। ਰॉ ਮਟੀਰੀਅਲ ਕਿਸ ਸਾਈਡ ਹੁੰਦਾ ਹੈ? ਇਹ ਸੈਕਸ਼ਨ ਇਹ ਸਾਰਾ ਰॉ ਮਟੀਰੀਅਲ ਹੈ। ਇੱਥੇ ਕੁੜੀਆਂ ਵੀ ਦਿਖ ਰਹੀਆਂ ਬਹੁਤ ਯੰਗ, ਤੁਹਾਡੀ ਏਜ ਦੀਆਂ, ਇਹ ਵੀ ਇੱਥੇ ਹੀ ਕੰਮ ਕਰਦੀਆਂ? ਹਾਂਜੀ, ਬੇਸਿਕਲੀ ਇਹੀ ਸੈਕਸ਼ਨ ਦੇ ਇੰਚਾਰਜ ਨੇ। ਇਹ ਸੈਕਸ਼ਨ ਦੀਆਂ ਇੰਚਾਰਜ ਸਾਰੀਆਂ ਫੀਮੇਲਸ ਨੇ। ਅੱਛਾ, ਰॉ ਮਟੀਰੀਅਲਸ ਦਾ ਸਾਰਾ ਸੈਕਸ਼ਨ ਫੀਮੇਲਸ ਦੇਖਦੀਆਂ ਨੇ? ਬਿਲਕੁਲ, ਸਾਰਾ ਸੈਕਸ਼ਨ ਫੀਮੇਲਸ। 2 ਤੋਂ 3 ਸੈਕਸ਼ਨ ਨੇ ਸਾਡੇ ਰॉ ਮਟੀਰੀਅਲ ਦੇ, ਉਹ ਸਾਰੇ ਫੀਮੇਲਸ ਅੰਡਰ ਨੇ। ਤੇ ਇਹ ਜਦੋਂ ਤੁਸੀਂ ਕੋਈ ਆਂਦਾ ਹੈ ਤੁਹਾਡੇ ਕੋਲ ਤਾਂ ਉਹਨਾਂ ਨੂੰ ਫਰਸਟ ਸਟੈਪ ਕੀ ਦੱਸਦੇ ਹੋ, ਕਿਵੇਂ ਉਹਨਾਂ ਨੂੰ ਸਿਖਾਉਂਦੇ ਹੋ? ਕਿਉਂਕਿ ਇਹ ਸਾਰੀ ਬਹੁਤ ਘੱਟ ਉਮਰ ਦੀਆਂ ਨੇ, ਕੋਈ ਪੜ੍ਹਾਈ ਕਰ ਰਿਹਾ ਹੋਏਗਾ, ਕੋਈ ਸਿੱਖ ਰਿਹਾ ਹੋਏਗਾ, ਕੋਈ ਸ਼ਾਇਦ ਬਿਨਾਂ ਪੜ੍ਹੇ ਇੱਥੇ ਆਇਆ ਹੋਏਗਾ। ਬਿਲਕੁਲ, ਐਕਚੁਅਲੀ ਕੀ ਹੈ ਕਿ ਜੇ ਫੀਮੇਲ ਸਟੂਡੈਂਟ ਹੈ ਤਾਂ ਉਹਦਾ ਫਸਟ ਲੈਸਨ ਹੁੰਦਾ ਹੈ ਫੈਬਰੀਕੇਸ਼ਨ ਸੈਕਸ਼ਨ ਦੇ ਵਿੱਚ, ਮਤਲਬ ਸਾਡੇ ਫਸਟ ਰॉ ਤੋਂ। ਕਿਉਂਕਿ ਇੱਥੇ ਡਿਜ਼ਾਈਨਸ ਨਾ ਰॉ ਤੋਂ ਸਟਾਰਟ ਹੁੰਦੇ ਨੇ। ਇੱਕ ਕੰਮ ਹੁੰਦਾ ਨਾ ਵਿੱਚ ਛੋਟੇ ਲੈਵਲ ਤੋਂ ਸਟਾਰਟ ਹੁੰਦਾ। ਸਭ ਤੋਂ ਪਹਿਲਾਂ ਇੱਥੇ ਸਟਾਰਟਿੰਗ ਹੈ ਕੰਮ ਦੀ। ਔਰ ਦੂਸਰਾ ਕਿ ਸਾਡੀ ਡਿਜ਼ਾਈਨਿੰਗ ਟੀਮ ਦੇ ਵਿੱਚ ਸਾਰੀਆਂ ਫੀਮੇਲਸ ਨੇ, ਤਾਂ ਇੱਕ ਦੂਜੇ ਨੂੰ ਹੋਰ ਵੀ ਜ਼ਿਆਦਾ ਬੈਟਰ ਸਿਖਾ ਸਕਦੀਆਂ ਨੇ। ਕਿੰਨੇ ਟਾਈਮ ਦੀ ਸ਼ਿਫਟ ਹੁੰਦੀ ਹੈ ਇੱਥੇ? ਇੱਥੇ ਮੈਮ ਐਕਚੁਅਲੀ ਸ਼ਿਫਟ ਸ਼ਡਿਊਲ ਨਹੀਂ ਹੈ ਕਿ ਵੈਸੇ ਤਾਂ ਸਾਡੀ ਜਰਨਲ ਸ਼ਿਫਟ 8 ਤੋਂ 6 ਹੈ, ਵਿੱਚ 1 to 2 ਬ੍ਰੇਕ ਹੁੰਦੀ ਹੈ। ਜਿਹੜੇ ਟ੍ਰੇਨੀ ਸਟੂਡੈਂਟਸ ਨੇਗੇ ਉਹ ਸ਼ਿਫਟ ਟਾਈਮ ਦੇ ਵਿੱਚ ਆਪਣੇ ਸੀਨੀਅਰਸ ਨਾਲ ਰਹਿੰਦੇ ਨੇ। 1 to 2 ਦੇ ਵਿੱਚ ਲੰਚ ਤੋਂ ਬਾਅਦ ਉਹ ਕਲਾਸ ਲਈ ਆ ਜਾਂਦੇ ਨੇ। ਫਿਰ ਉਹਨਾਂ ਦੀ 1.5 ਘੰਟੇ ਦੀ ਕਲਾਸ ਹੁੰਦੀ ਹੈ। ਐਵੇਂ ਇੱਕ ਕਲਾਸ ਈਵਨਿੰਗ ਦੀ ਸ਼ਿਫਟ 'ਚ ਹੁੰਦੀ ਹੈ। ਵੈਸੇ ਤਾਂ ਕਹਿੰਦੇ ਨੇ ਕਿ ਕੁੜੀਆਂ ਇਸ ਫੀਲਡ ਦੇ ਵਿੱਚ ਕੰਮ ਨਹੀਂ ਕਰਦੀਆਂ, ਬਟ ਇੱਥੇ ਮੈਂ ਦੇਖ ਰਹੀ ਹਾਂ ਤੁਸੀਂ ਆਪ ਹੈਡ ਕਰ ਰਹੇ ਹੋ ਔਰ ਇੱਥੇ ਕੁੜੀਆਂ ਕੰਮ ਕਰ ਰਹੀਆਂ ਨੇ। ਨਹੀਂ, ਬੇਸਿਕਲੀ ਗੱਲ ਇਹ ਹੈ ਕਿ ਦੇਖੋ ਫੀਲਡਸ ਰਿਸਟ੍ਰਿਕਟਿਵ ਨਹੀਂ ਹੁੰਦੇ। ਜੇ ਆਪਾਂ ਰਿਸਟ੍ਰਿਕਟ ਦੀ ਗੱਲ ਕਰੀਏ ਤਾਂ ਕੋਈ ਕੁਕਿੰਗ ਦਾ ਫੀਲਡ ਕਹੇ ਤਾਂ ਦੁਨੀਆ ਦੇ ਟਾਪ ਦੇ ਸਾਰੇ ਸ਼ੈਫ ਲੜਕੇ ਨੇ। ਸੋ ਇਸ ਕਰਕੇ ਫੀਲਡ ਦੀ ਰਿਸਟ੍ਰਿਕਸ਼ਨ ਕੋਈ ਨਹੀਂ ਹੈ। ਜਿਹੜੇ ਬੱਚੇ ਇੰਟਰਸਟ ਨਾਲ ਬਹੁਤ ਕੰਮ ਕਰਦੇ ਆ। ਔਰ ਹੋਰ ਕਿਹੜੇ ਕਿਹੜੇ ਯੂਨਿਟਸ ਨੇ ਇਸ ਇੰਡਸਟਰੀ ਦੇ ਵਿੱਚ, ਉੱਥੇ ਵੀ ਨਜ਼ਰ ਮਾਰਦੇ ਆ? ਬਿਲਕੁਲ, ਪਹਿਲਾਂ ਤਾਂ ਇਹਨਾਂ ਕੋਲ ਤਾਂ ਰॉ ਸੈਕਸ਼ਨ ਹੋ ਗਿਆ। ਇਹਨਾਂ ਤੋਂ ਜਿਹੜਾ ਮਟੀਰੀਅਲ ਤਿਆਰ ਹੋਏਗਾ ਰੈਡੀ ਹੁੰਦਾ ਉਹ ਗਾਹਾਂ ਫੈਬਰੀਕੇਸ਼ਨ ਟੀਮ ਕੋਲ ਜਾਂਦਾ ਹੈ। ਉਹਨਾਂ ਨੇ ਉਹਨੂੰ ਵੈਲਡ ਕਰਨਾ ਹੈ, ਇੱਕ ਅਸੈਂਬਲੀ ਦੇਣੀ ਹੈ, ਪੂਰਾ ਢਾਂਚਾ ਤਿਆਰ ਕਰਨਾ, ਪੂਰਾ ਬਿਲਕੁਲ ਕੰਪਲੀਟ ਰੈਡੀ ਕਰਨਾ। ਸੋ ਇਹ ਸਾਰੇ ਮੁੰਡੇ ਕਰਦੇ ਨੇ? ਹਾਂਜੀ, ਇਹ ਮੁੰਡੇ ਦੀ ਫੀਲਡ ਨਹੀਂ, ਲੜਕੀਆਂ ਵੀ ਕਰਦੀਆਂ ਨੇ ਬਟ ਕਿਉਂਕਿ ਨਾ ਉਹਨਾਂ ਦਾ ਕੰਮ ਡਿਜ਼ਾਈਨ ਤੇ ਜ਼ਿਆਦਾ ਰਹਿੰਦਾ ਹੈ। ਜੇ ਉਹਨਾਂ ਨੂੰ ਸਪੇਅਰ ਟਾਈਮ ਮਿਲਦਾ ਹੈ, ਜਦੋਂ ਸਿੱਖਣ ਦਾ ਟਾਈਮ ਮਿਲਦਾ, ਉਹ ਆ ਜਾਂਦੇ ਨੇ ਨਾਲ, ਐਵੇਂ ਕੋਈ ਪ੍ਰੋਬਲਮ ਰਿਸਟ੍ਰਿਕਟ ਨਹੀਂ ਰੱਖਦਾ। ਫਿਰ ਇਹ ਸਾਰਾ ਜੋ ਡਿਜ਼ਾਈਨਿੰਗ ਦਾ ਪਾਰਟ ਹੈ ਕਿ ਕਿੰਨੀ ਹਾਈਟ ਹੋਏਗੀ, ਕਿੰਨੀ ਵਿਡਥ ਹੋਏਗੀ, ਕਿਵੇਂ ਕਿਵੇਂ ਸਾਰੇ ਕੰਪੋਨੈਂਟਸ ਪਲੇਸ ਕਰਨੇ ਨੇ, ਇਹ ਸਾਰਾ ਕੰਮ ਕੁੜੀਆਂ ਦਾ ਹੈ? ਹਾਂ, ਕੁੜੀਆਂ ਕਰਕੇ ਇੱਥੇ ਫਾਰਵਰਡ ਕਰਦੀਆਂ? ਨਹੀਂ, ਜਿਵੇਂ ਇਹ ਕੰਮ ਸਭ ਤੋਂ ਪਹਿਲਾਂ ਸਾਡੇ ਕੋਲੋਂ ਆਉਂਦਾ ਹੈ। ਠੀਕ ਹੈ, ਸਾਡੇ ਡਿਜ਼ਾਈਨ ਦੇ ਡਿਪਾਰਟਮੈਂਟ ਕੋਲੋਂ ਆਉਂਦਾ ਹੈ। ਸਾਡਾ ਕੰਮ ਹੈ ਵੀ ਅਸੀਂ ਇਹਨੂੰ ਦੇਖਣਾ ਵੀ ਇਹਦੀ ਕਿੰਨੀ ਡੈਪਥ ਬਣਨੀ ਹੈ, ਕਿੰਨੇ ਤੇ ਜਾਣਾ ਹੈ। ਜਿਹੜੀ ਇੱਥੇ ਰॉ ਮਟੀਰੀਅਲ ਜਾਂ ਫੈਬਰੀਕੇਸ਼ਨ ਦੀ ਟੀਮ ਹੈ ਉਹਨਾਂ ਨੇ ਡਿਸਾਈਡ ਉਹ ਸਾਨੂੰ ਦੱਸਦੇ ਨੇ ਸਾਡਾ ਡਿਜ਼ਾਈਨ ਬਣਨ ਤੋਂ ਬਾਅਦ ਵੀ ਇਹ ਇੰਪਲੀਮੈਂਟ ਹੋ ਵੀ ਸਕਦਾ ਜਾਂ ਨਹੀਂ ਹੋ ਸਕਦਾ, ਇਹ 'ਚ ਕੀ ਪਲੱਸ ਮਾਈਨਸ ਨੇ। ਔਰ ਉਸ ਤੋਂ ਬਾਅਦ ਫਿਰ ਇੱਥੇ ਆਉਂਦਾ ਹੈ। ਫਿਰ ਉਹ ਤੋਂ ਬਾਅਦ ਡਿਜ਼ਾਈਨ ਦਾ ਪ੍ਰੋਸੈਸ ਅਸੀਂ ਸ਼ੁਰੂ ਕਰਦੇ ਹਾਂ। ਕਿਸੇ ਵੀ ਪ੍ਰੋਜੈਕਟ ਦੀ ਇੰਪਲੀਮੈਂਟੇਸ਼ਨ ਦੇ ਵਿੱਚ ਉਹਦੇ ਸਾਰੇ ਸੀਨੀਅਰਸ ਆ ਕੇ ਦੱਸਦੇ ਨੇ, ਬਰਾਬਰ ਰਾਏ ਦਿੰਦੇ ਨੇ, ਗਲਤੀ ਵੀ ਕੱਢਦੇ ਨੇ ਵੀ ਇਹ ਚੀਜ਼ ਇੰਪਲੀਮੈਂਟ ਕਰਨੀ ਪੋਸੀਬਲ ਵੀ ਹੈ ਜਾਂ ਨਾ। ਔਰ ਕਿੰਨਾ ਲੱਗਦਾ ਹੈ ਇੱਕ ਪੂਰੇ ਸੈਟਅਪ ਨੂੰ ਤਿਆਰ ਕਰਨ ਨੂੰ? ਬੇਸਿਕਲੀ ਵੈਸੇ ਤਾਂ ਇਹ ਜੌਬ ਦੀ ਸਪੀਡ ਤੇ ਡਿਪੈਂਡ ਹੈ ਜਾਂ ਅਰਜੈਂਸੀ ਤੇ ਡਿਪੈਂਡ ਹੈ। ਜਨਰਲੀ ਇੱਕ ਜੌਬ ਸਾਡੀ 10 to 12 ਵੀਕਸ ਹੁੰਦੀ ਹੈ। ਫਿਰ ਆਰਡਰਸ ਦਾ ਭੁਗਤਾਨ ਉਨੀ ਦੇਰ 'ਚ ਹੋ ਜਾਂਦਾ ਹੈ? ਹਾਂਜੀ, ਜਿਵੇਂ 10 to 12 ਵੀਕਸ ਦਾ ਟਾਈਮਿੰਗ ਮਿਲਦਾ ਹੁੰਦਾ ਸਾਨੂੰ ਜਨਰਲ 2.5 months। ਕਦੇ ਪ੍ਰੋਜੈਕਟ ਡਿਲੇ ਹੁੰਦੇ ਨੇ, ਥੋੜਾ ਟਾਈਮ ਡਿਲੀਵਰੀ ਦਾ ਲੰਬਾ ਵੀ ਦੇ ਦਿੰਦੇ ਨੇ, ਫਿਰ ਅਸੀਂ ਕੋਈ ਹੋਰ ਪ੍ਰੋਜੈਕਟ ਪ੍ਰਾਇੋਰਟੀ 'ਚ ਲਗਾ ਲੈਂਦੇ ਆ, ਐਵੇਂ ਵੀ ਹੋ ਜਾਂਦਾ। ਟੈਕਨੀਕਲ ਗੱਲਾਂ ਬਹੁਤ ਕੀਤੀਆਂ, ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗੀ ਕਿ ਤੁਹਾਡਾ ਇੰਟਰਸਟ ਕਿਵੇਂ ਬਿਲਡਅਪ ਹੋਇਆ? ਕਿਉਂਕਿ ਜਦੋਂ ਆਪਾਂ ਕਿਸੇ ਵੀ ਨਿਊ ਫੀਲਡ ਦੇ ਵਿੱਚ ਜਾਂਦੇ ਆ, ਕੋਈ ਵੀ ਬੰਦਾ ਨਵਾਂ ਆਏਗਾ ਦੇਖੇਗਾ ਤਾਂ ਇੱਕ ਵਾਰ ਉਹ ਘਬਰਾ ਵੀ ਜਾਏਗਾ
ਕਿ ਇੰਨਾ ਕੁਝ ਕਰਨਾ ਪਏਗਾ, ਕਿਵੇਂ ਕਰਨਾ ਪਏਗਾ, ਕਿਵੇਂ ਸਭ ਹੋਏਗਾ? ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਸ ਟਾਈਮ ਮੈਂ ਪੜ੍ਹ ਰਹੀ ਸੀ ਉਸ ਟਾਈਮ ਕਾਲਜ ਤੋਂ ਸੈਟਰਡੇ ਸੰਡੇਜ਼ ਆਫ ਹੁੰਦੇ ਸੀਗੇ, ਤਾਂ ਉਦੋਂ ਡੈਡੀ ਨੇ ਮੈਨੂੰ ਕਹਿਣਾ ਵੀ ਤੂੰ ਮੇਰੇ ਨਾਲ ਹੀ ਰਹਿ। ਉਹਨਾਂ ਨੇ ਕੰਮ ਕਰਨਾ ਤੇ ਮੈਨੂੰ ਇੱਕ ਪਰਮਿਸ਼ਨ ਹੁੰਦੀ ਵੀ ਤੁਸੀਂ ਸਿਰਫ ਬੈਠ ਕੇ ਦੇਖਣਾ ਹੈ, ਤੁਸੀਂ ਕਰਨਾ ਕੁਛ ਨਹੀਂ ਹੈ, ਬੋਲਣਾ ਕੁਛ ਨਹੀਂ ਹੈ। ਤਾਂ ਦੇਖਣਾ 3-4 ਸਾਲ ਤਾਂ ਲੱਗਿਆ ਬੋਰਿੰਗ ਕਾਫੀ। ਤੇ ਜਦੋਂ ਕਰੋਨਾ ਦਾ ਟਾਈਮ ਆਇਆ ਉਦੋਂ ਅਸੀਂ ਬਿਲਕੁਲ ਫ੍ਰੀ ਹੋ ਗਏ, ਸਾਡਾ ਲਾਸਟ ਸਮੈਸਟਰ ਸੀ ਕਾਲਜ ਦਾ। ਉਸ ਟਾਈਮ ਡੈਡੀ ਨੇ ਮੈਨੂੰ ਇੱਕ ਛੋਟਾ ਜਿਹਾ ਕੰਮ ਦਿੱਤਾ ਸੀ ਵੀ ਚੱਲ ਤੂੰ ਆ ਕਰ ਦੇ। ਮੈਂ ਕਰਤਾ ਤੇ ਉਹਦੇ ਵਿੱਚ ਕਾਫੀ ਗਲਤੀ ਹੋ ਗਈ, ਮਤਲਬ ਬੇਸਿਕਲੀ ਉਹ ਗਲਤੀ ਮੇਰੇ ਵੱਲੋਂ ਨਹੀਂ ਸੀ, ਸੌਫਟਵੇਅਰ 'ਚ ਕੋਈ ਪ੍ਰੋਬਲਮ ਆ ਗਈ ਤੇ ਉਹ ਸਾਰੀ ਫਾਈਲ ਜੋ ਉਹਨਾਂ ਨੇ ਬਣਾਈ ਸੀ ਉਹ ਡੈਮੇਜ ਹੋ ਗਈ। ਹਾਂ, ਤੇ ਉਹਨਾਂ ਨੂੰ ਐਟ ਸਪੌਟ ਲੱਗਿਆ ਫਿਰ ਸ਼ਾਇਦ ਵੀ ਇਹਦੀ ਮਿਸਹੈਂਡਲਿੰਗ ਕਰਕੇ ਫਾਈਲ ਕਰਪਟ ਹੋ ਗਈ, ਤੇ ਉਹ ਮੇਰੀ ਪਨਿਸ਼ਮੈਂਟ ਸੀ ਵੀ ਇਹਨੂੰ ਹੁਣ ਰੀਬਿਲਡ ਤੁਸੀਂ ਹੀ ਕਰੋਗੇ, ਜਿਵੇਂ ਮਰਜ਼ੀ ਕਰੋ। ਨਹੀਂ, ਉਹ ਸਿਖਾਣਗੇ। ਉਹ ਕਹਿੰਦੇ ਮੈਂ ਹੁਣ ਮੈਂ ਦੱਸੀ ਜਾਊਂਗਾ ਕਿਉਂਕਿ ਕੰਮ ਹੋਰ ਬਹੁਤ ਪਏ ਨੇ, ਵੀ ਮੇਰੇ ਕੋਲ ਇੰਨਾ ਟਾਈਮ ਨਹੀਂ ਹੈ ਵੀ ਮੈਂ 2 ਪਾਸੇ ਕੰਮ ਕਰ ਸਕਾਂ। ਤੂੰ ਨਾਲ ਬੈਠ, ਜਿਵੇਂ ਜਿਵੇਂ ਤੈਨੂੰ ਬੋਲੀ ਜਾਊਂ ਉਵੇਂ ਮੈਂ ਰੀਬਿਲਡ ਕਰਦੀ ਜਾ। ਉਹ ਸੌਫਟਵੇਅਰ ਮੈਨੂੰ ਬੇਸਿਕਲੀ ਆਉਂਦਾ ਸੀ ਕਿਉਂਕਿ ਉਹ ਸਾਡੀ ਇੰਜੀਨੀਅਰਿੰਗ ਦਾ ਇੱਕ ਪਾਰਟ ਵੀ ਹੈ ਸੌਫਟਵੇਅਰ। ਬਸ ਉਸ ਟਾਈਮ ਡਿਜ਼ਾਈਨ ਕਰਨ ਲੱਗੇ, ਔਰ ਡਿਜ਼ਾਈਨ ਇੰਨਾ ਇੰਟਰਸਟ ਦਾ ਸਬਜੈਕਟ ਹੈ ਕਿ ਪਤਾ ਹੀ ਨਹੀਂ ਲੱਗਿਆ ਕਰਦੇ ਕਰਦੇ ਕਦੋਂ ਵਿੱਚ ਸੇਲਸ ਵੀ ਆ ਗਈ, ਕਮਰਸ਼ੀਅਲ ਵੀ ਆ ਗਿਆ, ਕੰਟਰੋਲ ਡਿਜ਼ਾਈਨਿੰਗ ਵੀ ਆ ਗਈ, ਫੀਲਡ ਵਿਜ਼ਿਟਸ ਵੀ ਆ ਗਈਆਂ, ਸਭ ਕੁਝ ਇਹ ਵੀ। ਇਸ ਇੰਡਸਟਰੀ ਦੇ ਵਿੱਚ ਤੁਸੀਂ ਕੀ ਮੈਨੇਜ ਕਰਦੇ ਹੋ? ਕਿਹੜੀ ਚੀਜ਼ਾਂ ਤੁਹਾਡੀ ਦੇਖ ਰੇਖ ਦੇ ਵਿੱਚ ਰਹਿੰਦੀ ਹੈ? ਵੈਸੇ ਤਾਂ ਜੋ ਮੇਰੀ ਡੈਜ਼ਿਗਨੇਸ਼ਨ ਹੈ, ਮੈਂ ਹੈਡ ਆਫ ਡਿਪਾਰਟਮੈਂਟ ਆ ਡਿਜ਼ਾਈਨ ਤੇ ਪ੍ਰੋਡਕਸ਼ਨ ਦੀ, ਬਟ ਜਰਨਲੀ ਮੇਰਾ ਕੰਮ ਸੇਲਸ 'ਚ ਵੀ ਰਹਿੰਦਾ ਹੈ, ਪਰਚੇਸ 'ਚ ਬਹੁਤ ਥੋੜ੍ਹਾ ਰਹਿੰਦਾ। ਪਰਚੇਸ 'ਚ ਸਾਡੀ ਫਾਈਨੈਂਸ ਸੀਟ ਦਾ ਕੰਮ ਹੈ ਕਿ ਉਹਨਾਂ ਨੇ ਕਿਹੜਾ ਮਟੀਰੀਅਲ, ਅਸੀਂ ਰეკਮੈਂਡੇਸ਼ਨ ਦੇ ਦਿੰਦੇ ਹਾਂ ਕਿ ਮਟੀਰੀਅਲ ਇੱਥੋਂ ਪਰਚੇਸ ਹੋ ਸਕਦਾ ਹੈ, ਇੱਥੋਂ ਬੈਟਰ ਹੈ, ਇਹਨਾਂ ਨਾਲ ਸਾਡੀ ਡੀਲਿੰਗ ਚੱਲ ਰਹੀ ਹੈ। ਪਰਚੇਸ ਉਹਨਾਂ ਦੇ ਸਿਰ 'ਤੇ ਹੈ, ਸੇਲ ਸਾਡਾ ਹੈ, ਆਰਡਰ ਮੈਨੇਜਮੈਂਟ ਸਾਡੀ ਹੈ, ਪ੍ਰੋਜੈਕਟ ਹੈਂਡਲਿੰਗ ਸਾਡੀ ਹੈ, ਅੰਟਿਲ ਡਿਸਪੈਚ। ਫੀਲਡ 'ਤੇ ਵੀ ਜਾ ਕੇ ਕਈ ਵਾਰ ਸਾਨੂੰ ਉੱਥੇ ਕੰਮ ਕਰਵਾ ਕੇ ਆਉਣਾ ਪੈਂਦਾ। ਕਿਹੜੇ ਚੈਲੰਜਸ ਆਏ? ਬਿਕੋਜ਼ ਬੀਇੰਗ ਅ ਗਰਲ, ਜਿਵੇਂ ਆਪਾਂ ਕਹਿ ਦਿੰਦੇ ਆ, ਜਦੋਂ ਆਪਾਂ ਗੱਲ ਵੀ ਕਰ ਰਹੇ ਸੀ ਕਿ ਕੁੜੀਆਂ ਬਹੁਤ ਘੱਟ ਹੁੰਦੇ ਇਸ ਫੀਲਡ ਦੇ ਵਿੱਚ, ਤੁਹਾਨੂੰ ਕਿਹੜੇ ਚੈਲੰਜਸ ਆਏ? ਬਿਕੋਜ਼ ਤੁਸੀਂ ਹੈਡ ਹੋ, ਬਹੁਤ ਤਰ੍ਹਾਂ ਦੀ ਦੁਨੀਆ ਦੇ ਨਾਲ ਡੀਲ ਕਰਦੇ ਹੋ, ਕੀ ਫੇਸ ਕੀਤਾ? ਜਿਵੇਂ ਚੈਲੰਜਸ ਕਿਵੇਂ ਆਉਂਦੇ ਆ ਕਿ ਮੈਂ ਆਪਣੀ ਟੀਮ ਦੇ ਵਿੱਚ ਸਭ ਤੋਂ ਛੋਟੀ ਹਾਂ, ਤਾਂ ਜਦੋਂ ਇੱਕਦਮ ਛੋਟਾ ਲੀਡ 'ਤੇ ਆਉਂਦਾ ਨਾ, ਫਿਰ ਥੋੜ੍ਹੇ ਕਮਿਊਨੀਕੇਸ਼ਨ ਗੈਪਸ ਵੀ ਪੈਣ ਲੱਗ ਜਾਂਦੇ ਆ, ਤਾਂ ਉਹ ਚੀਜ਼ ਨੂੰ ਰਿਕਵਰ ਕਰਨ ਨੂੰ ਬਹੁਤ ਟਾਈਮ ਲੱਗਿਆ। ਛੋਟੇ ਨੂੰ ਆਪਦਾ ਫੇਥ ਬਣਾਉਣ ਨੂੰ ਬਹੁਤ ਟਾਈਮ ਲੱਗਦਾ ਹੈ। ਇੱਕ ਟੀਮ ਨੂੰ ਇਹ ਹੁੰਦਾ ਵੀ ਇਹ ਛੋਟਾ ਹੈ, ਇਹ ਗਲਤੀ ਨਾ ਕਰਦੇ, ਔਰ ਮੈਂ 2-3 ਵਾਰ ਕੀਤੀ ਵੀ ਕਾਫੀ ਜ਼ਿਆਦਾ। ਉਹ ਫੇਥ ਬਿਲਡ ਕਰਨ ਨੂੰ ਟਾਈਮ ਲੱਗਿਆ। ਫੀਲਡ 'ਚ ਜਾਂਦੇ ਸੀਗੇ ਤਾਂ ਉੱਥੇ ਕੋਈ ਫੀਮੇਲ ਨਹੀਂ ਸੀ ਹੁੰਦੀ। ਸ਼ੁਰੂ 'ਚ ਬਹੁਤ ਹੈਜ਼ੀਟੇਸ਼ਨ ਹੋਣੀ, ਕਿਵੇਂ ਰਹਾਂਗੇ, 5-5 6-6 ਦਿਨ ਰਹਿਣਾ ਹੈ, ਕਿਵੇਂ ਮੈਨੇਜ ਕਰਾਂਗੇ, ਉਹ ਚੀਜ਼ ਇੱਕ ਚੈਲੰਜਸ ਵਰਗੇ ਆਏ। ਬਟ ਹੌਲੀ ਹੌਲੀ ਜੋ ਉਸ ਕਲਚਰ ਦੇ ਲੋਕ ਸੀਗੇ ਉਹਨਾਂ ਨੇ ਆਪਣੇ ਆਪ ਅੱਗੇ ਪੁਸ਼ ਕਰਨਾ ਸ਼ੁਰੂ ਕਰਤਾ। ਜਦੋਂ ਐਕਚੁਅਲੀ ਕੀ ਹੈ ਕਿ ਸੀਨੀਅਰ ਇਹ ਦੇਖਦਾ ਹੈ ਨਾ ਕਿ ਤੁਸੀਂ ਕਰਨਾ ਚਾਹੁੰਦੇ ਹੋ, ਤੁਹਾਡਾ ਸੀਨੀਅਰ ਚੰਗਾ ਹੋਊ ਨਾ ਤਾਂ ਉਹ ਤੁਹਾਨੂੰ ਡੈਫੀਨੇਟਲੀ ਪਿੱਛੇ ਨਹੀਂ ਰੱਖਦਾ, ਉਹ ਤੁਹਾਨੂੰ ਅੱਗੇ ਨੂੰ ਪੁਸ਼ ਕਰੇਗਾ ਹੀ ਕਰੇਗਾ। ਔਖਾ ਵੀ ਹੁੰਦਾ ਕਿਉਂਕਿ ਤੁਹਾਡੀ ਉਮਰ ਤੋਂ ਵੱਡੇ ਵੀ ਇੱਥੇ ਕੰਮ ਕਰ ਰਹੇ ਹੈ, ਤਾਂ ਕਦੀ ਕਿਸੇ ਨੂੰ ਕੁਝ ਕਹਿਣ ਦੀ ਲੋੜ ਵੀ ਪੈਂਦੀ ਹੈ, ਬਟ ਆਪਣੇ ਵਰਡਸ 'ਤੇ ਕੰਟਰੋਲ ਕਰਨਾ ਪੈਂਦਾ ਹੈ। ਨਹੀਂ, ਇਹਦੇ ਹਾਂ ਵੈਸੇ ਦੇਖੋ ਇਹ ਤਾਂ ਬਿਲਕੁਲ ਇੰਪੋਰਟੈਂਟ ਹੈ, ਬਟ ਅਸੀਂ ਇੱਕ ਹਾਇਰਾਰਕੀ ਰੱਖੀ ਹੋਈ ਹੈ। ਸਾਡੇ ਇਹ ਸਾਰਿਆਂ 'ਚ ਇੱਕ ਰੂਲ ਹੈ ਕਿ ਇਫ ਕੋਈ ਪ੍ਰੋਬਲਮ ਹੈ, ਪਹਿਲੀ ਗੱਲ ਤਾਂ ਜੇ ਪ੍ਰੋਬਲਮ ਹੈ ਤਾਂ ਉਹਨੂੰ ਬੈਠ ਕੇ ਡਿਸਕਸ ਕਰੋ ਕਿ ਇਹ ਪ੍ਰੋਬਲਮ ਹੋ ਰਹੀ ਹੈ, ਇਹਨੂੰ ਕਿਵੇਂ ਸੋਲਵ ਕੀਤਾ ਜਾ ਸਕਦਾ ਹੈ। ਜਾਂ ਜੋ ਮੇਰੇ ਸੀਨੀਅਰ ਨੇ, ਜੇ ਮੈਨੂੰ ਕੋਈ ਪ੍ਰੋਬਲਮ ਹੋਈ ਹੈ ਤਾਂ ਉਹਨਾਂ ਨਾਲ ਮੈਂ ਜਾ ਕੇ ਡਿਸਕਸ ਕਰਾਂ ਕਿ ਮੈਨੂੰ ਇਹ ਪ੍ਰੋਬਲਮ ਹੋਈ ਹੈ, ਇਹਦਾ ਕੀ ਸੋਲੂਸ਼ਨ ਹੈ। ਬੀਇੰਗ ਸੀਨੀਅਰ ਉਹਨਾਂ ਦਾ ਕਿਸੇ ਨੂੰ ਵੀ ਕੁਝ ਕਹਿਣ ਦਾ ਵੀ ਰਾਈਟ ਹੈ, ਸਮਝਾਉਣ ਦਾ ਵੀ ਰਾਈਟ ਹੈ। ਕਈ ਗੱਲਾਂ ਜਦੋਂ ਮੈਨੂੰ ਵੀ ਸਮਝਾ ਦਿੰਦੇ ਨੇ ਵੀ ਨਹੀਂ ਉਹ ਮਤਲਬ ਹੀ ਨਹੀਂ ਸੀਗਾ, ਤੁਸੀਂ ਗਲਤ ਸਮਝ ਗਏ। ਸੋ ਇੱਕ ਹਾਇਰਾਰਕੀ ਮੇਨਟੇਨ ਕਰਨੀ ਪੈਂਦੀ, ਕਮਿਊਨੀਕੇਸ਼ਨ ਰਹਿੰਦੀ ਹੈ, ਹਾਇਰਾਰਕੀ ਹਮੇਸ਼ਾ ਮੇਨਟੇਨ ਕਰਨੀ ਹੈ। ਪੰਜਾਬ ਤੋਂ ਬਾਹਰ ਵੀ ਜਾਂਦੇ ਹੋ, ਪੰਜਾਬ ਦੇ ਇਸ ਇੰਡਸਟਰੀ ਦੇ ਵਿੱਚ ਔਰ ਬਾਹਰਲੀ ਇੰਡਸਟਰੀ ਦੇ ਵਿੱਚ ਕੀ ਚੇਂਜਸ ਵੇਖਣ ਨੂੰ ਮਿਲੇ, ਕੀ ਡਿਫਰੈਂਸ? ਨਹੀਂ, ਇੰਡਸਟਰੀ 'ਚ ਐਵੇਂ ਕੋਈ ਜ਼ਿਆਦਾ ਡਿਫਰੈਂਸ ਨਹੀਂ ਹੁੰਦਾ। ਇੰਡਸਟਰੀਜ਼ ਓਵਰਆਲ ਇੱਕੋ ਹੀ ਸਿਨੈਰੀਓ ਪੈਟਰਨਸ 'ਤੇ ਕੰਮ ਕਰਦੀਆਂ ਨੇਗੀਆਂ। ਸਿਰਫ ਇੱਕ ਹੁੰਦਾ ਵੀ ਜਿਹੜੇ ਕੰਪਨੀਜ਼ ਹੁੰਦੀਆਂ ਨਾ, ਕੰਪਨੀ ਦਾ ਸਟਰਕਚਰ ਡਿਫਰੈਂਸ ਹੁੰਦਾ ਸਾਰੀਆਂ ਦਾ। ਜਿਵੇਂ ਹੁਣ ਅਸੀਂ ਗੱਲ ਕਰੀਏ ਕਿ ਕੁਝ ਸਾਡੇ ਕਲਾਇੰਟਸ ਨੇ ਉਹ ਬੇਸਿਕਲੀ ਪੂਨੇ ਤੋਂ ਨੇ। ਇੰਡਸਟਰੀਜ਼ ਇੰਡੀਆ ਦੇ ਵਿੱਚ ਕੋਈ ਵੀ ਲੋਕੇਸ਼ਨ ਹੋ ਸਕਦੀ ਹੈ, ਕਲਾਇੰਟ ਲੋਕੇਸ਼ਨ ਪੂਨਾ ਹੈ, ਤਾਂ ਉੱਥੇ ਮੈਨੂੰ ਫੀਮੇਲਸ ਦੇਖਣ ਨੂੰ ਬਹੁਤ ਘੱਟ ਮਿਲੀਆਂ, ਜਾਂ ਫਿਰ ਟੈਕਨੀਕਲ ਟੀਮ ਦੇ ਵਿੱਚ ਫੀਮੇਲਸ ਬਹੁਤ ਘੱਟ ਮਿਲੀਆਂ ਨੇ। ਹੁਣ ਰੀਸੈਂਟ ਮੇਰੇ ਇੱਕ ਪ੍ਰੋਜੈਕਟ ਚੱਲ ਰਿਹਾ ਸੀ, ਉਹਦੇ ਵਿੱਚ ਪਿਛਲੇ 2 ਸਾਲ 'ਚ ਪਹਿਲੀ ਲੜਕੀ ਹੋਊ ਮੈਨੂੰ ਟੈਕਨੀਕਲ ਟੀਮ ਦੇ ਵਿੱਚ ਮਿਲੀ ਹੋਊਗੀ, ਅਤੇ 2 ਲੜਕੀਆਂ ਮੈਨੂੰ ਕਮਰਸ਼ੀਅਲ ਟੀਮ ਦੇ ਵਿੱਚ ਮਿਲੀਆਂ, ਅਤੇ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਵੀ ਕੀਤਾ। ਸਪੋਰਟਿਵ ਰਹੇ ਸਾਰੇ, ਬਹੁਤ ਸਪੋਰਟਿਵ ਰਹੇ। ਇੱਕ ਦਾ ਤਾਂ ਮੈਨੂੰ ਆਰਡਰ ਅੱਜ ਰਿਲੀਜ਼ ਹੋਇਆ ਅਤੇ ਮੈਨੂੰ ਮੈਡਮ ਦੀ ਕਾਲ ਵੀ ਆਈ ਸਪੈਸ਼ਲੀ
ਕਿੰਨਿਆਂ ਨੇ ਹੱਥ ਫੜ ਕੇ ਸਿਖਾਇਆ ਵੀ ਉੱਥੇ ਵੀ ਨਹੀਂ ਇਹ ਕੰਮ ਕਰਨ ਦਾ ਪੈਟਰਨ ਨਹੀਂ ਹੈ, ਇਹਨੂੰ ਇਹਦਾ ਅਮੈਂਡ ਕਰਦੇ, ਇਹਨੂੰ ਪਲੱਸ ਕਰਦੇ, ਇਹਨੂੰ ਮਾਈਨਸ ਕਰਦੇ, ਆ ਸਹੀ ਹੁੰਦਾ ਗਲਤ ਹੁੰਦਾ। ਬਹੁਤ ਮੇਲ ਵੀ ਇਹੋ ਜਿਹੇ ਸੀ ਜਿਨ੍ਹਾਂ ਨੇ ਮੈਨੂੰ ਹੱਥ ਫੜ ਕੇ ਸਿਖਾਇਆ ਹੈ। ਇਦਾਂ ਹੁੰਦੇ ਜਦੋਂ ਤੁਹਾਡੇ ਫਾਦਰ ਇਸ ਲਾਈਨ ਦੇ ਵਿੱਚ ਨੇ, ਹੈ ਨਾ, ਜਦੋਂ ਬੱਚਾ ਲਾਈਨ ਦੇ ਵਿੱਚ ਆਉਂਦਾ ਹੈ, ਬਿਕੋਜ਼ ਆਫ ਏਜ ਗੈਪ ਕਮਿਊਨੀਕੇਸ਼ਨ ਬਹੁਤ ਔਖੀ ਰਹਿੰਦੀ ਹੈ, ਵਿਚਾਰਧਾਰਾ ਨਹੀਂ ਮਿਲਦੀ, ਕਲੈਸ਼ ਆਫ ਓਪੀਨੀਅਨਸ ਹਮੇਸ਼ਾ ਰਹਿੰਦਾ ਹੈ। ਤੁਹਾਡੇ ਨਾਲ ਇਦਾਂ ਹੁੰਦਾ ਹੈ? ਸ਼ੁਰੂ 'ਚ ਹੁੰਦਾ ਸੀਗਾ, ਹੁਣ ਵੀ ਹੋ ਜਾਂਦਾ ਹੈ ਕਈ ਗੱਲਾਂ 'ਤੇ, ਪਰ ਸਾਡੀ ਨਾ ਡਿਸਕਸ਼ਨ ਹਮੇਸ਼ਾ ਤੋਂ ਇੱਕ ਹਿਸਾਬ ਦੀ ਰਹੀ ਹੈ। ਉਹਨਾਂ ਨੇ ਮੈਨੂੰ ਕਦੇ ਕਿਸੇ ਚੀਜ਼ ਨੂੰ ਰਿਸਟ੍ਰਿਕਟ ਨਹੀਂ ਕੀਤਾ, ਬੈਰੀਅਰ ਨਹੀਂ ਸੁੱਟਿਆ। ਜੇ ਕੋਈ ਗੱਲ ਹੋਣੀ ਤਾਂ ਪਹਿਲਾਂ ਤਾਂ ਉਹਨਾਂ ਦਾ ਇੱਕ ਰੂਲ ਸੀ ਕਿ ਕੋਈ ਵੀ ਗੱਲ ਹੈ ਤਾਂ ਮੈਨੂੰ ਤੇਥੋਂ ਪਤਾ ਲੱਗਣੀ ਚਾਹੀਦੀ ਹੈ, ਇਹ ਨਾ ਹੋਵੇ ਤੇਰੇ ਰਿਲੇਟਡ ਹੋਵੇ ਮੈਨੂੰ ਕਿਸੇ ਤੋਂ ਪਤਾ ਲੱਗੇ। ਜਦੋਂ ਗਲਤੀ ਹੁੰਦੀ ਹੈ ਫਿਰ ਆਪ ਦੱਸ ਦਿੰਦੇ ਹੋ? ਹਾਂ, ਮੈਂ ਖੁਦ ਹੀ ਜਾ ਕੇ ਬਹੁਤ ਵਾਰੀ ਦੱਸ ਦਿੰਦੀ ਹਾਂ ਕਿ ਮੇਥੋਂ ਆ ਹੋ ਗਿਆ ਜਾਂ ਮੈਂ ਆ ਕਰਤਾ। ਤੇ ਦੂਸਰੀ ਗੱਲ ਇਹ ਸੀ ਕਿ ਉਹਨਾਂ ਨੇ ਹਮੇਸ਼ਾ ਮੈਨੂੰ ਚੀਜ਼ਾਂ ਦੇ ਨਾ ਪਲੱਸ ਮਾਈਨਸ ਦੱਸਣੇ ਕਿ ਇਹਦਾ ਇਹ ਪਲੱਸ ਹੈ, ਇਹਦਾ ਇਹ ਮਾਈਨਸ ਹੈ। ਹੁਣ ਤੁਸੀਂ ਇਸ ਚੀਜ਼ ਨਾਲ ਅੱਗੇ ਵਧਣਾ ਹੈ ਤਾਂ ਤੁਹਾਡੀ ਇੱਛਾ ਹੈ, ਹਾਂ, ਇਹ ਤੁਹਾਡੀ ਇੱਛਾ। ਜੇ ਤੁਸੀਂ ਅੱਗੇ ਵਧਣਾ ਹੈ ਤਾਂ ਉਹਦੇ ਮਾਈਨਸ ਦੀ ਰਿਸਪੌਂਸਿਬਿਲਟੀ ਤੁਹਾਡੀ ਆਪਦੀ ਹੋਊਗੀ। ਸੋ ਰਿਸਟ੍ਰਿਕਟ ਕਰਕੇ ਨਹੀਂ ਰੱਖਿਆ ਉਹਨਾਂ ਨੇ ਜ਼ਿਆਦਾ ਕਿਸੇ ਨੂੰ, ਹਾਂ ਫੋਨ ਨੂੰ ਛੱਡ ਕੇ। ਇਹ ਰਿਸਟ੍ਰਿਕਸ਼ਨਸ ਲਗਾਈਆਂ, ਬੈਰੀਅਰ ਸੀਗੇ? ਹਾਂਜੀ, ਇਹ ਮੇਰੀ 1.5 ਸਾਲ ਦੀ ਟ੍ਰੇਨਿੰਗ ਦਾ ਬੈਰੀਅਰ ਸੀ ਕਿ ਫੋਨ ਨਹੀਂ ਯੂਜ਼ ਕਰਨਾ। ਜਿਸ ਟਾਈਮ ਮੈਂ ਤੁਹਾਨੂੰ ਦੱਸਿਆ ਕਿ ਮੈਨੂੰ ਪਹਿਲਾ ਡਿਜ਼ਾਈਨ ਦਾ ਕੰਮ ਮਿਲਿਆ ਤੇ ਮੈਂ ਡੈਡ ਨੂੰ ਕਿਹਾ ਕਿ ਮੈਂ ਡਿਜ਼ਾਈਨ 'ਚ ਕੰਟੀਨਿਊ ਕਰਨਾ ਹੈ। ਉਹਨਾਂ ਨੇ ਮੈਨੂੰ, ਮੈਂ ਕੰਮ ਕਰਦੇ ਘੁੰਮ ਰਹੀ ਸੀ, ਮੈਨੂੰ ਬੁਲਾਇਆ, ਕਹਿੰਦੇ ਬੇਟਾ ਤੇਰਾ ਫੋਨ। ਮੈਂ ਕਿਹਾ ਜੀ ਇੱਥੇ, ਕਹਿੰਦੇ ਟੇਬਲ 'ਤੇ ਰੱਖ ਦੇ। ਮੈਂ ਕਹਿੰਦੇ ਜਾ। ਹੁਣ ਨਾ ਤਾਂ ਉਹਨਾਂ ਨੇ ਇਹ ਤੋਂ ਅੱਗੇ ਕੁਝ ਦੱਸਿਆ ਵੀ ਜਾ ਤੋਂ ਬਾਅਦ ਕਰਨਾ ਕੀ ਹੈ। ਬਸ ਮੈਨੂੰ 2-3 ਦਿਨ 'ਚ ਸਮਝ ਆ ਗਿਆ ਕਿ ਮਤਲਬ ਮੈਨੂੰ ਫੋਨ ਨਹੀਂ ਮਿਲਦਾ। ਇਦਾਂ ਹੁੰਦਾ ਫਾਦਰ ਸਾਹਿਬ ਨੂੰ ਕਿਹਾ ਕਿ ਆਪਾਂ ਇਹ ਚੇਂਜ ਲੈ ਕੇ ਆ ਸਕਦੇ ਹਾਂ, ਇਹ ਨਵੀਂ ਟੈਕਨੋਲੋਜੀ ਦੀ ਵਰਤੋਂ ਕਰੀਏ, ਕੁਝ ਵੀ ਕਰੀਏ ਕਿ ਇਦਾਂ ਆਪਾਂ ਬੈਟਰ ਹੋ ਸਕਦੇ ਹਾਂ। ਆਈਡੀਆਜ਼ ਆਉਂਦੇ ਰਹਿੰਦੇ ਆ, ਜਨਰੇਟ ਕਰਦੇ ਰਹਿੰਦੇ ਆ। ਆਉਂਦੇ ਰਹਿੰਦੇ ਆ ਕਿਉਂਕਿ ਜਿਵੇਂ ਅਸੀਂ ਐਗਜ਼ੀਬਿਸ਼ਨਸ ਨੂੰ ਵਿਜ਼ਿਟ ਕਰਦੇ ਰਹਿੰਦੇ ਆ। ਆ ਲਾਸਟ ਕੱਲ੍ਹ ਹੀ ਖਤਮ ਹੋਈ ਹੈ ਇਲੈਕਟਰਾਮਾ 2023, ਵਰਲਡ ਦੀ ਸਭ ਤੋਂ ਵੱਡੀ ਇਲੈਕਟ੍ਰੀਕਲ ਦੀ ਐਗਜ਼ੀਬਿਸ਼ਨ ਹੁੰਦੀ ਹੈ। ਐਗਜ਼ੀਬਿਸ਼ਨ 'ਚ ਜਾਂਦੇ ਆ ਜਾਂ ਹੋਰ ਇੰਡਸਟਰੀ ਜਾਂਦੇ ਆ, ਉੱਥੇ ਕੋਈ ਚੰਗਾ ਸਿਸਟਮ ਦੇਖਦੇ ਆ ਤਾਂ ਕਿੰਨੀ ਵਾਰ ਡੈਡ ਨੂੰ ਕਹਿ ਦਿੰਦੇ ਆ ਵੀ ਡੈਡ ਆਹ ਚੀਜ਼ ਆਪਾਂ ਇੰਪਲੀਮੈਂਟ ਕਰ ਸਕਦੇ ਹਾਂ ਜਾਂ ਇਹ ਚੰਗੀ ਹੈ। ਕਈ ਚੀਜ਼ਾਂ ਮੈਨੂੰ ਚੰਗੀਆਂ ਲੱਗ ਰਹੀਆਂ ਹੁੰਦੀਆਂ ਨੇ, ਫਿਰ ਉਹ ਮੈਨੂੰ ਦੱਸਦੇ ਨੇ ਵੀ ਨਹੀਂ ਇਹ ਮਾਈਨਸ 'ਚ ਹੈ। ਜਿਹੜੇ ਸੁਜੈਸ਼ਨ ਉਹਨਾਂ ਨੂੰ ਪਲੱਸ ਲੱਗਦੇ ਨੇ ਉਹਨਾਂ ਨੇ ਐਡ ਵੀ ਬਹੁਤ ਕੀਤੇ ਹੈ। ਉਹ ਹਮੇਸ਼ਾ ਸਾਡੀ ਟੀਮ ਦੇ ਵਿੱਚ ਇੱਕ ਚੀਜ਼ ਰਹੀ ਕਿ ਅਸੀਂ ਕਿਸੇ ਦੇ ਵੀ ਨਾ ਸੁਜੈਸ਼ਨਸ ਨੂੰ ਬਹੁਤ ਐਪਰੀਸ਼ੀਏਟ ਕਰਦੇ ਹਾਂ। ਜਿੱਦਾਂ ਨਹੀਂ ਫੀਲ ਹੁੰਦਾ ਕਿ ਮੈਂ ਬਹੁਤ ਜ਼ਿਆਦਾ ਕੰਮ ਕਰ ਰਹੀ ਹਾਂ, ਹਾਲੇ ਛੋਟੀ ਉਮਰ ਹੈ, ਨਾਲ ਇੰਜੋਇਮੈਂਟ ਵੀ ਹੋਣੀ ਚਾਹੀਦੀ ਹੈ, ਜਾਂ ਕੰਮ ਤੇ ਵਿੱਚ ਜ਼ਿਆਦਾ ਟਾਈਮ ਲਗਾ ਰਹੀ ਹਾਂ। ਮੈਨੂੰ ਇਹ ਲੱਗਦਾ ਕਿ ਜਿੰਨਾ ਮੈਂ ਇਸ ਟਾਈਮ ਇੰਜੋਏ ਕਰ ਰਹੀ ਹਾਂ ਉਹਨਾਂ ਕੋਈ ਕਰ ਵੀ ਨਹੀਂ ਸਕਦਾ। ਕੰਮ ਨੂੰ ਬਹੁਤ ਇੰਜੋਏ ਕਰਦੇ ਹੋ? ਕੰਮ ਨੂੰ ਵੀ ਬਹੁਤ ਇੰਜੋਏ ਕਰ ਰਹੇ ਹਾਂ ਤੇ ਇਹ ਲਗਾ ਲਓ ਵੀ ਇਸ ਕੰਮ ਨੇ ਮੈਨੂੰ ਪੂਰਾ ਇੰਡੀਆ ਘੁਮਾਦਾ। ਤੇ ਇਹ ਵੀ ਹੋਪ ਕਰਦੇ ਹਾਂ ਕਿ ਮਤਲਬ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਵਿਜ਼ਿਟਸ ਕਰਨ ਦਾ ਮੌਕਾ ਮਿਲੂਗਾ, ਇੰਟਰਨੈਸ਼ਨਲ ਸਾਈਟਸ ਨੂੰ ਵੀ ਦੇਖਣ ਦਾ ਮੌਕਾ ਮਿਲੂਗਾ। ਫੀਲਡ ਘੁਮਾਉਂਦੀ ਬਹੁਤ ਹੈ ਔਰ ਹੁਣ ਇੰਨੇ ਆਦੀ ਹੋ ਚੁੱਕੇ ਹਾਂ ਕਿ ਜੇ ਵਿਹਲੇ ਬੈਠ ਵੀ ਜਾਈਏ, ਇੱਕ ਅੱਧਾ ਦਿਨ ਰੈਸਟ ਲੈ ਲਈਏ ਤਾਂ ਬੋਰੀਅਤ ਹੋਣ ਲੱਗ ਜਾਂਦੀ ਹੈ। ਅੱਗੇ ਵੀ ਚੱਲਦੇ ਹਾਂ, ਹੋਰ ਵੀ ਦੇਖਦੇ ਹਾਂ ਕਿਹੜੇ ਕਿਹੜੇ ਆਰਡਰਸ ਤਿਆਰ ਹੋ ਰਹੇ ਨੇ, ਕਿੱਥੇ ਕਿੱਥੇ ਤੱਕ ਪਹੁੰਚੇ। ਜਸਟ ਲਾਈਕ ਇਹ ਤਾਮਿਲਨਾਡੂ ਜਾਣਾ ਹੈ, ਇਹਦੀ ਟੈਸਟਿੰਗ ਚੱਲ ਰਹੀ ਹੈ, ਕੱਲ੍ਹ ਨੂੰ ਇਹਦੀ ਇੰਸਪੈਕਸ਼ਨ ਹੋਣੀ ਹੈ। ਸੋ ਇਹ ਤੁਸੀਂ ਸਾਰਾ ਪਹਿਲੇ ਥਿਉਰੀ ਦੇ ਵਿੱਚ ਆਪਣੀ ਸਟੱਡੀ ਦੇ ਵਿੱਚ ਪੜ੍ਹਿਆ ਹੋਇਆ ਸੀ ਜਾਂ ਫਿਰ ਪ੍ਰੈਕਟੀਕਲ ਨੌਲੇਜ ਹੀ ਹੈ ਜੋ ਸਾਰੀ ਚੀਜ਼ ਡਿਵੈਲਪ ਹੁੰਦੀ ਹੈ, ਜੋ ਬਣਾਈ ਜਾਂਦੀ ਹੈ? ਨਹੀਂ, ਇਹ ਜੋ ਦੇਖੋ ਥਿਊਰੀਜ਼ ਦੇ ਵਿੱਚ ਤਾਂ ਜੋ ਡੈਫੀਨੇਟਲੀ ਬੀਟੈਕ ਦਾ ਸਿਲੇਬਸ ਹੈ ਉਹ ਤਾਂ ਪੜ੍ਹਿਆ ਹੀ ਸੀ, ਬਟ ਉਸ ਟਾਈਮ ਪ੍ਰੈਕਟੀਕਲੀ ਦੇਖਣ ਨੂੰ ਨਹੀਂ ਸੀ ਤਾਂ ਜ਼ਿਆਦਾ ਪਤਾ ਨਹੀਂ ਸੀ। ਹੁਣ ਉਹ ਚੀਜ਼ਾਂ ਜਦੋਂ ਅੱਗੇ ਆਉਂਦੀਆਂ ਨੇ ਫਿਰ ਯਾਦ ਆਉਂਦਾ ਵੀ ਹਾਂ ਇੱਕ ਪੜ੍ਹੀ ਵੀ ਸੀ। ਬਾਕੀ ਰਹੀ ਗੱਲ ਸਿੱਖਣ ਦੀ, ਤਾਂ ਮੇਰੇ ਨਾਲ ਇਹ ਹੋਇਆ ਵੀ ਜਿਵੇਂ ਮੈਨੂੰ ਇੱਕ ਛੋਟੇ ਜਿਹੇ ਸੈਕਸ਼ਨ ਤੋਂ ਸ਼ੁਰੂ ਕਰਾਇਆ ਡੈਡ ਨੇ ਵੀ ਇਹਨੂੰ ਤੂੰ ਡਿਜ਼ਾਈਨ ਕਰ, ਆਹ ਪੈਰਾਮੀਟਰ ਰੱਖ ਕੇ ਡਿਜ਼ਾਈਨ ਕਰ। ਵੀ ਟੀਮ ਹੈ ਨਾ ਜਿਹੜੀ ਉਹ ਟਾਈਮ ਟੂ ਟਾਈਮ ਮੇਰੀ ਗਲਤੀਆਂ ਨੂੰ ਰਿਫਾਈਨ ਕਰਦੀ ਗਈ, ਫਿਰ ਖੁਦ ਦੇਖਦੇ ਗਏ ਵੀ ਅਗਲੇ ਸੈਕਸ਼ਨ ਦੇ ਵਿੱਚ ਕਰਨਾ ਹੈ ਤਾਂ ਉਹ 'ਚ ਕੀ ਹੋ ਸਕਦਾ। ਮੇਰੀ ਆਪਦੀ ਪ੍ਰੈਕਟਿਸ ਜ਼ਿਆਦਾ ਨਹੀਂ ਹੈ, ਮੈਨੂਅਲ ਪ੍ਰੈਕਟਿਸ ਜ਼ਿਆਦਾ ਨਹੀਂ ਹੈ। ਹਾਂ ਇਹ ਹੈ ਵੀ ਮੇਰੇ ਨਾਲ ਕੋਈ ਕਰਨ ਵਾਲਾ ਹੋਵੇ ਨਾ, ਮੈਨੂੰ ਦੱਸ ਕੇ ਕਰਵਾ ਸਕਦੇ ਵੀ ਐਵੇਂ ਕਰਨਾ ਹੈ। ਜਿੱਦਾਂ ਤੁਸੀਂ ਕਹਿ ਰਹੇ ਸੀ ਸਾਨੂੰ ਫੀਮੇਲ ਸਟਾਫ ਦੀ ਰਿਕੁਆਇਰਮੈਂਟ ਰਹਿੰਦੀ ਹੈ, ਤਾਂ ਲੱਭ ਜਾਂਦਾ ਈਜ਼ੀਲੀ ਜਾਂ ਫਿਰ ਚੈਲੰਜਸ ਆਉਂਦੇ ਉਹਦੇ 'ਚ ਵੀ? ਨਹੀਂ, ਇਹਦੇ ਵਿੱਚ ਹਲੇ ਥੋੜ੍ਹੇ ਚੈਲੰਜਸ ਹੈਗੇ ਹੈ ਫੀਮੇਲ ਸਟਾਫ ਦੇ ਵਿੱਚ। ਇੱਕ ਤਾਂ ਪ੍ਰੋਬਲਮ ਇਹ ਹੈ ਕਿ ਡਰਾਬੈਕ ਕੀ ਰਹਿ ਜਾਂਦਾ? ਡਰਾਬੈਕ ਇਹ ਹੈ ਕਿ ਲੋਕ ਇੰਜੀਨੀਅਰਿੰਗ ਦੀ ਫੀਲਡ ਤੋਂ ਨਾ ਡਰਦੇ ਨੇ। ਇੱਕ ਮਾਈਂਡਸੈਟ ਇਹ ਹੁੰਦਾ ਕਿਸੇ ਨੂੰ ਲੱਗਦਾ ਵੀ ਸ਼ਾਇਦ ਪਤਾ ਨਹੀਂ ਕਿੰਨੀ ਹਾਰਡ ਜੌਬ ਹੈ। ਅਸੀਂ ਇਹ ਕਹਿੰਦੇ ਕਿ ਠੀਕ ਹੈ ਇੰਜੀਨੀਅਰਿੰਗ 'ਚ ਇੱਕ ਹਾਰਡ ਜੌਬ ਹੈ, ਬਟ ਸਿਰਫ ਟ੍ਰੇਨਿੰਗ ਪੀਰੀਅਡ ਦੇ ਵਿੱਚ ਹੁੰਦੀ ਹੈ। ਉਹ ਜਦੋਂ ਟ੍ਰੇਨਿੰਗ ਪੀਰੀਅਡ ਹੁੰਦਾ ਤਾਂ ਜੌਬ ਹਾਰਡ ਹੁੰਦੀ ਹੈ ਕਿਉਂਕਿ ਉਸ ਟਾਈਮ ਤਾਂ ਉਹਨੂੰ ਸਾਰਾ ਕੁਝ ਸਿਖਾਉਣਾ ਹੈ। ਉਹ ਤੋਂ ਬਾਅਦ ਉਹ ਹੌਲੀ ਹੌਲੀ ਸੌਫਟ 'ਚ ਕਨਵਰਟ ਹੁੰਦੀ ਜਾਂਦੀ ਹੈ। ਫੀਮੇਲਸ ਲਈ ਤਾਂ ਸਪੈਸ਼ਲੀ ਹੁੰਦੀ ਜਾਂਦੀ ਹੈ ਕਿਉਂਕਿ ਕਿਵੇਂ ਚੈੱਕ ਕਰਦੇ ਹੋ ਕਿ ਕੌਣ ਹੁਣ ਫੀਲਡ ਦੇ ਵਿੱਚ ਟ੍ਰੇਨਡ ਹੈ ਕਿ ਉਹਨੂੰ ਅੱਗੇ ਲੈ ਕੇ ਜਾ ਸਕਦੇ ਆ, ਕਿਹੜਾ ਫੀਲਡ ਉਹਨੂੰ ਦੇਣਾ ਹੈ? ਨਹੀਂ, ਇਹਦੇ ਵਿੱਚ ਕੀ ਹੈ ਨਾ ਕਿ ਜਦੋਂ ਸਟੂਡੈਂਟ ਟ੍ਰੇਨਿੰਗ 'ਤੇ ਹੁੰਦਾ, ਜੇ ਕਿਸੇ ਦੀ ਜੁਆਇਨਿੰਗ ਹੁੰਦੀ ਹੈ, ਸਭ ਤੋਂ ਪਹਿਲਾਂ ਅਸੀਂ ਉਹਦੀ ਟ੍ਰੇਨਿੰਗ ਸਟਾਰਟ ਕਰਦੇ ਹਾਂ। ਟ੍ਰੇਨਿੰਗ ਦੇ ਵਿੱਚ ਅਸੀਂ ਉਹਨੂੰ ਥੋੜ੍ਹਾ ਟਾਈਮ ਸਾਰੇ ਸੈਕਸ਼ਨਸ ਦੇ ਵਿੱਚ ਰੱਖ ਕੇ ਦੇਖਦੇ ਹਾਂ।
ਦੇਖਦੇ ਆ ਵੀ ਇਹਦਾ ਕਿਹਦਾ ਪਲੱਸ ਜ਼ਿਆਦਾ ਜਾ ਰਿਹਾ ਹੈ, ਕਿਹਦੇ 'ਚ ਇਹਦੀ ਪਰਫਾਰਮੈਂਸ ਚੰਗੀ ਹੈ ਜਾਂ ਕੀ 'ਚ ਇਹਦਾ ਮੈਟਰ ਆਫ ਇੰਟਰਸਟ ਹੈ। ਕੁਝ ਇਹ ਹੁੰਦਾ ਹੈ ਵੀ 2 ਹਫ਼ਤੇ ਦੇ ਵਿੱਚ ਨਾ ਬੰਦੇ ਨੂੰ ਖੁਦ ਵੀ ਪਤਾ ਲੱਗ ਜਾਂਦਾ ਕਿ ਮੇਰਾ ਇਸ 'ਚ ਇੰਟਰਸਟ ਹੈ। ਜਨਰਲੀ ਜਿੰਨੀ ਮੇਰੇ ਕੋਲ ਟੀਮ ਆਈ ਹੈ, ਅਸੀਂ ਕੀ ਕਰਦੇ ਹਾਂ ਕਿ ਵੀਕ ਪ੍ਰੋਡਕਸ਼ਨ ਹਾਊਸ ਦੀ ਟਰਾਇਲ, ਵੀਕ ਸਾਡੇ ਆਫਿਸ ਦੀ ਟਰਾਇਲ। ਇੱਕ ਵਾਰ ਔਰ ਮੈਕਸਿਮਮ ਇਹ ਹੁੰਦਾ ਵੀ ਲੜਕੀਆਂ ਖੁਦ ਹੀ ਕਹਿ ਦਿੰਦੀਆਂ ਨੇ ਵੀ ਨਹੀਂ ਸਾਨੂੰ ਪ੍ਰੋਡਕਸ਼ਨ ਹਾਊਸ ਵੱਧ ਕੰਫਰਟੇਬਲ ਹੈ। ਤੇ ਜਦੋਂ ਵੀ ਇੱਥੇ ਕੁੜੀਆਂ ਆਉਂਦੀਆਂ ਫਿਰ ਈਜ਼ੀ ਰਹਿੰਦਾ ਉਹਨਾਂ ਦਾ ਸੇਫਟੀ ਸਿਕਿਉਰਿਟੀ ਦਾ ਸਾਰਾ ਧਿਆਨ ਰੱਖਿਆ ਜਾਂਦਾ? ਹਾਂਜੀ, ਸੇਫਟੀ ਸਿਕਿਉਰਿਟੀ ਦਾ ਅਸੀਂ ਆਪਦੇ ਵੱਲੋਂ ਪੂਰਾ ਧਿਆਨ ਰੱਖਦੇ ਹਾਂ। ਸਾਡੇ ਹੋਸਟਲ ਬਣੇ ਹੋਏ ਆ, ਟੌਪ ਫਲੋਰ ਹੈ, ਠੀਕ ਹੈ। ਤੇ ਬਾਕੀ ਸਿਕਿਉਰਿਟੀ ਆਲ ਟਾਈਮ ਰਹਿੰਦੀ ਹੈ। ਲੜਕਿਆਂ 'ਤੇ ਇਸ ਗੱਲ ਦੀ ਬਹੁਤ ਸਖਤੀ ਹੈ, ਲੜਕੀਆਂ 'ਤੇ ਵੀ ਹੈ। ਅਸੀਂ ਉਹਨਾਂ ਨੂੰ ਵੀ ਕਹਿੰਦੇ ਹਾਂ ਵੀ ਇਹੋ ਜਿਹਾ ਕੋਈ ਕੰਪਲੇਂਟ ਦਾ ਮੌਕਾ ਨਾ ਦਿਓ ਕਿ ਤੁਹਾਡੇ ਪੇਰੈਂਟਸ ਦਾ ਸਿਰ ਨੀਵਾਂ ਹੋਵੇ। ਤੁਹਾਨੂੰ ਬਹੁਤ ਟਰਸਟ ਨਾਲ ਛੱਡ ਕੇ ਗਏ ਨੇ ਸਾਡੇ ਕੋਲੇ। ਤੇ ਫਿਰ ਲੌਂਗ ਟਾਈਮ ਰਹਿੰਦੇ ਇੱਥੇ ਇੰਪਲੋਈਜ਼ ਜਿਹੜੇ ਆਉਂਦੇ ਆ ਟ੍ਰੇਨਿੰਗ ਪੀਰੀਅਡ ਤੋਂ ਬਾਅਦ ਇੱਥੇ? ਕੁਝ ਬੱਚੇ ਨੇ ਜਿਹੜੇ ਬਹੁਤ ਅੱਛਾ ਪਰਫਾਰਮ ਕਰਦੇ ਨੇ, ਜਿਵੇਂ ਲੜਕੀਆਂ ਨੇ ਉਹ ਲੌਂਗ ਟਾਈਮ ਵੀ ਚਲੇ ਆ ਸਾਡੇ ਕੋਲ, 7-7 8-8 ਸਾਲ ਵੀ ਲਗਾਏ ਨੇ ਉਹਨਾਂ ਨੇ ਵਰਕਿੰਗ ਦੇ ਵਿੱਚ, ਔਰ ਆਪਣੀ ਫੀਲਡ 'ਚ ਇੰਨੀਆਂ ਪਰਫੈਕਸ਼ਨਿਸਟ ਹੋ ਕੇ ਨਿਕਲੀਆਂ ਨੇ। ਅੱਜ ਮੈਰਿਡ ਨੇ, ਆਪਣੀ ਫੈਮਿਲੀ 'ਚ ਸੈਟਲ ਨੇ, ਬਟ ਸਟਿਲ ਵਰਕਿੰਗ ਦੇ ਵੀ ਨੇ, ਕਿਤੇ ਵੀ ਜਾਂਦੀਆਂ ਨੇ ਕੰਮ 'ਚ ਮਾਰ ਨਹੀਂ ਖਾਂਦੀਆਂ। ਅੱਛਾ, ਟ੍ਰੇਨਿੰਗ ਦੀ ਫੀਸ ਕਿੰਨੀ ਲੈਂਦੀ ਹੋ ਔਰ ਕਿਵੇਂ ਪ੍ਰੋਸੀਜਰ ਚੱਲਦਾ ਹੈ? ਟ੍ਰੇਨਿੰਗ ਦੀ ਸਾਡੀ ਫੀਸ ਕੋਈ ਨਹੀਂ ਹੈ, ਫੀਸ ਨਹੀਂ ਲੈਂਦੇ ਤੁਸੀਂ? ਚਾਰजेस ਨਹੀਂ ਹੈ, ਰਹਿਣ ਦੇ ਚਾਰजेस ਨਹੀਂ ਹੈ, ਖਾਣੇ ਦੇ ਚਾਰजेस ਨਹੀਂ ਹੈ। ਇਹ ਸਾਰਾ ਤੁਹਾਡੇ ਵੱਲੋਂ ਹੈ? ਇਹ ਅਸੀਂ ਜਿੰਨਾ ਮਤਲਬ ਅਰਨ ਕਰਦੇ ਹਾਂ, ਜਾਂ ਤਾਂ ਅਸੀਂ ਉਹ ਫੈਕਟਰੀ ਦੀ ਡਿਵੈਲਪਮੈਂਟ ਤੇ ਲਗਾ ਦਿੰਦੇ ਹਾਂ ਜਾਂ ਫਿਰ ਸਟੂਡੈਂਟਸ ਦੀ ਐਜੂਕੇਸ਼ਨ ਤੇ। ਆਪਣੇ ਪ੍ਰੋਫਿਟ ਆਪਣਾ ਘੱਟ ਹੈ, ਬਾਕੀਆਂ ਦੀ ਸੇਵਾ ਜ਼ਿਆਦਾ ਹੈ। ਹਾਂਜੀ, ਬੇਸਿਕਲੀ ਇਹ ਵੀ ਬੰਦਾ ਪ੍ਰੋਫਿਟ ਚੋਂ ਖਾ ਵੀ ਕਿੰਨਾ ਕੁ ਲਊਗਾ। ਬੇਸਿਕ ਕਮਿਊਨਿਟੀਜ਼ ਨੇ ਉਨੀਆਂ ਕੁ ਪੂਰੀਆਂ ਹੋ ਜਾਂਦੀਆਂ ਨੇ, ਦੁਨੀਆ ਉਹ ਸਾਡੀ ਫੀਲਡ ਕਮਾਈ ਜਾਂਦੀ ਹੈ। ਇਹ ਤੋਂ ਵੱਧ ਹੋਰ ਕੁਝ ਜ਼ਿਆਦਾ ਚਾਹੀਦਾ ਵੀ ਨਹੀਂ ਹੈ। ਹਾਂ, ਇੱਕ ਚੀਜ਼ ਹੈ, ਹੁਣ ਸਾਡੇ ਇੱਕ ਰਿਸਟ੍ਰਿਕਸ਼ਨ ਕ੍ਰਾਈਟੇਰੀਆ ਹੈ ਕਿ ਕਿਸੇ ਨੂੰ ਵੀ ਇਨਸਾਈਡ ਪ੍ਰੈਮਿਸ ਫੋਨ ਰੱਖਣ ਦੀ ਪਰਮਿਸ਼ਨ ਨਹੀਂ ਹੈ। ਅੱਛਾ, ਕੋਈ ਫੋਨ ਨਹੀਂ ਯੂਜ਼ ਕਰ ਸਕਦਾ? ਨੋ, ਫੋਨ ਰੱਖਣ ਦੀ ਟੋਟਲ ਹੀ ਨਹੀਂ ਪਰਮਿਸ਼ਨ। ਅਸੀਂ ਪੇਰੈਂਟਸ ਆਉਂਦੇ ਨੇ, ਛੱਡਣ ਆਉਂਦੇ ਨੇ, ਅਸੀਂ ਉਹਨਾਂ ਨੂੰ ਕਹਿੰਦੇ ਮੇਰਾ ਮੋਬਾਈਲ ਫੋਨ ਵਾਪਸ ਲੈ ਜਾਓ, ਤੁਹਾਡੇ ਨਾਲ ਗੱਲ ਕਰਨੀ ਹੈ। ਸਾਡੇ ਆਪਦੇ ਲੈਂਡਲਾਈਨਸ ਹੈਗੇ ਨੇ, ਉੱਥੇ 2 ਤੋਂ 3 ਨੰਬਰ ਸਿਕਿਉਰਿਟੀ ਨੂੰ ਦਿੱਤੇ ਹੁੰਦੇ ਨੇ ਵੀ ਇਹੀ ਡਾਇਲ ਹੋਏਗਾ, ਇਹਨਾਂ ਦੀ ਫੈਮਿਲੀ ਦਾ ਨੰਬਰ ਹੈ, ਇਹਨਾਂ ਦੀ ਗੱਲ ਕਰਾ ਦਿਓ। ਇਸ ਤੋਂ ਇਲਾਵਾ ਬਿਲਕੁਲ ਨਹੀਂ? ਨਹੀਂ, ਇਸ ਤੋਂ ਇਲਾਵਾ ਬਿਲਕੁਲ ਨਹੀਂ। ਇੰਨੀ ਸਟ੍ਰਿਕਟਨੈਸ ਕਿਉਂ? ਗੱਲ ਇਹ ਕਿ ਸਾਨੂੰ ਨਾ ਥੋੜੀ ਜਿਹੀ ਪ੍ਰੋਬਲਮ ਆ ਰਹੀ ਸੀ ਕਿ ਇੱਕ ਤਾਂ ਮੋਬਾਈਲ ਫੋਨ ਡਿਸਟਰੈਕਸ਼ਨ ਦਾ ਬਹੁਤ ਰੀਜ਼ਨ ਹੈ। ਸਾਡਾ ਈਵਨਿੰਗ ਟਾਈਮ ਸਿੱਖਣ ਦਾ ਹੁੰਦਾ। ਪਹਿਲਾਂ ਕੀ ਹੋ ਰਿਹਾ ਸੀ ਕਿ ਥੋੜੇ ਸਟੂਡੈਂਟਸ ਕਲਾਸ ਵੀ ਸਕਿਪ ਕਰਨ ਲੱਗੇ ਸੀ, ਜਾਂ ਜਦੋਂ ਕਲਾਸ ਤੋਂ ਵਿਹਲੇ ਹੋਣਾ ਨਾ ਤਾਂ ਸਾਰਿਆਂ ਨੇ ਫੋਨ ਤੇ ਲੱਗ ਜਾਣਾ। ਸਾਨੂੰ ਇਹ ਹੁੰਦਾ ਸੀ ਵੀ ਇਹ ਜ਼ਿਆਦਾ ਕੋਈ ਐਕਟੀਵਿਟੀ ਕਰ ਲੈਣ, ਖੇਡ ਲੈਣ, ਕੋਈ ਮੂਵੀ ਦੇਖ ਲੈਣ, ਪਰ ਕਿਸੇ ਐਕਟੀਵਿਟੀ 'ਚ ਤਾਂ ਇਨਵੋਲਵ ਹੋਣ। ਤੇ ਕਿਉਂਕਿ ਜਦੋਂ ਤੱਕ ਸੋਸ਼ਲ ਮੀਡੀਆ ਤੇ ਲੱਗੇ ਰਹਿਣਗੇ ਉਦੋਂ ਤੱਕ ਡਿਵੈਲਪਮੈਂਟ ਦੀ ਪੋਸੀਬਿਲਿਟੀ ਬਹੁਤ ਥੋੜੀ ਹੈ। ਮੈਨੂੰ ਲੱਗਦਾ ਸੋਸ਼ਲ ਮੀਡੀਆ ਅੱਜਕੱਲ ਕ੍ਰੀਏਟਿਵ ਬਹੁਤ ਹੈ, ਆਈਡੀਆਜ਼ ਬਹੁਤ ਮਿਲਦੇ ਹੈ, ਇੱਕ ਰੀਕ੍ਰੀਏਸ਼ਨਲ ਦਾ ਸੋਰਸ ਵੀ ਹੈ। ਇਹ ਉਹਨਾਂ ਵਾਸਤੇ ਬੈਟਰ ਜ਼ਿਆਦਾ ਹੈ ਜਿਹੜੇ ਲਰਨ ਕਰਕੇ ਇੱਕ ਪੋਜੀਸ਼ਨ ਤੇ ਸੈਟਲ ਹੋ ਚੁੱਕੇ ਨੇ। ਉਹਨਾਂ ਵਾਸਤੇ ਸੋਸ਼ਲ ਮੀਡੀਆ ਇਸ ਟਾਈਮ ਬੂਮ ਹੈ। ਪ੍ਰੋਬਲਮ ਕੀ ਹੈ, ਜਿਹੜੇ ਲੋਕ ਸੈਟਲਡ ਹੋ ਚੁੱਕੇ ਨੇ ਉਹਨਾਂ ਨੂੰ ਉਸ ਮੀਡੀਆ ਦਾ ਪਲੱਸ ਵੀ ਪਤਾ ਹੈ, ਮਾਈਨਸ ਵੀ ਪਤਾ ਹੈ। ਉਹਨਾਂ ਨੂੰ ਇਹ ਵੀ ਪਤਾ ਵੀ ਸਾਨੂੰ ਸਾਡੇ ਕੰਮ ਦਾ ਡਾਟਾ ਕਿੱਥੋਂ ਮਿਲੇਗਾ ਤੇ ਕੀ ਚੀਜ਼ ਸਾਡੇ ਕੰਮ ਦੀ ਨਹੀਂ ਹੈ। ਜਿਹੜੇ ਟ੍ਰੇਨਿੰਗ ਪੀਰੀਅਡ ਤੇ ਨੇ ਉਹਨਾਂ ਵਾਸਤੇ ਆਪਣੀ ਟ੍ਰੇਨਿੰਗ ਤੇ ਫੋਕਸ ਕਰਨਾ ਜ਼ਿਆਦਾ ਜ਼ਰੂਰੀ ਹੈ। ਫਿਰ ਤੁਸੀਂ ਬਿਲਕੁਲ ਅਲਾਉ ਨਹੀਂ ਕਰਦੇ ਔਰ ਇਹ ਰਿਸਟ੍ਰਿਕਸ਼ਨ ਨਾਲੋਂ ਮੰਨ ਜਾਂਦੇ ਆ ਬੱਚੇ ਇੱਥੇ ਕੰਮ ਕਰਨ ਦੀ? ਇਹੀ ਸਾਡਾ ਬਸ ਕ੍ਰਾਈਟੇਰੀਆ ਹੈ ਟ੍ਰੇਨਿੰਗ ਦਾ ਕਿ ਜਿਹੜਾ ਮੰਨ ਗਿਆ ਉਹ ਆ ਗਿਆ, ਉਹ ਆ ਗਿਆ। ਫਿਰ ਸਤਿ ਸ਼੍ਰੀ ਅਕਾਲ। ਹਾਂ, ਕਿਉਂਕਿ ਅਸੀਂ ਰੂਲ ਰੈਗੂਲੇਸ਼ਨ ਕਿਸੇ ਵਾਸਤੇ ਵੀ ਚੇਂਜ ਨਹੀਂ ਕਰਦੇ। ਸਾਡੇ ਆਪਦੇ ਸਟਾਫ ਨੂੰ ਵੀ ਵਰਕਿੰਗ ਟਾਈਮ ਦੇ ਵਿੱਚ ਫੋਨ ਰੱਖਣ ਦੀ ਪਰਮਿਸ਼ਨ ਨਹੀਂ ਹੈ, ਸਿਰਫ ਕੁਝ ਲਿਮਿਟਸ ਨੂੰ ਛੱਡ ਕੇ। ਤੁਹਾਡਾ ਵਿਜ਼ਨ ਕੀ ਹੈ ਇਸ ਇੰਡਸਟਰੀ ਨੂੰ ਲੈ ਕੇ ਔਰ ਕੀ ਸਕੋਪ ਲੱਗਦਾ ਹੈ ਕੁੜੀਆਂ ਦਾ ਇਸ ਫੀਲਡ ਦੇ ਵਿੱਚ? ਮੇਰਾ ਆਪਦਾ ਵਿਜ਼ਨ ਤਾਂ ਇਹ ਹੈ ਕਿ ਦੇਖੋ, ਮੈਂ ਆਪਦੇ ਕਾਰੋਬਾਰ ਨੂੰ ਵੀ ਹੋਰ ਵੀ ਅੱਗੇ ਵਧਾਵਾਂ, ਆਪਦੀ ਟੀਮ ਨੂੰ ਹੋਰ ਡਿਵੈਲਪ ਕਰਾਂ। ਉਹਦੇ ਵਾਸਤੇ ਟੀਮ ਦੀ ਸਟਰੈਂਥ ਵੀ ਚਾਹੀਦੀ ਹੈ। ਹੁਣ ਉਹਨੂੰ ਲੱਭਣ ਦੇ ਵਿੱਚ ਲੱਗੀ ਹੋਈ ਹਾਂ ਕਿ ਇੱਕ ਚੰਗੀ ਟੀਮ ਮਿਲੇ ਜਿਹੜਾ ਚੰਗਾ ਸਾਥ ਦੇ ਕੇ ਚੱਲ ਸਕੇ। ਉਹ 'ਚ ਫੀਮੇਲਸ ਨੂੰ ਪ੍ਰਮੋਟ ਕਰੂੰ ਕਿਉਂਕਿ ਖੁਦ ਫੀਮੇਲ ਆ ਤਾਂ ਨਾਲ ਚੰਗਾ ਸਿਖਾ ਸਕਦੀਆਂ। ਲੜਕੀਆਂ ਨੇ ਸਕੋਪ ਬਹੁਤ ਹੈ, MNCs ਕੰਪਨੀਜ਼ ਇੰਨੀਆਂ ਨੇ ਖਾਲੀ ਪਈਆਂ ਨੇ ਪੋਸਟਾਂ ਇਸ ਟਾਈਮ 'ਤੇ, ਕਿਉਂਕਿ ਇੱਕ ਟ੍ਰੇਨਡ ਸਟੂਡੈਂਟ ਨਾ ਕਿਸੇ ਨੂੰ ਵੀ ਨਹੀਂ ਮਿਲ ਰਿਹਾ, ਨਾਈਦਰ ਮੇਲ ਨੌਰ ਫੀਮੇਲ, ਕਿਸੇ ਨੂੰ ਵੀ ਨਹੀਂ ਮਿਲ ਰਿਹਾ। ਇਸ ਟਾਈਮ ਟ੍ਰੇਨਿੰਗ ਸਟੂਡੈਂਟਸ ਦੀ ਡਿਮਾਂਡ ਹੈ ਬਿਕੋਜ਼ ਬਾਹਰ ਜਾ ਰਹੇ ਆ ਸਾਰੇ, ਬਾਹਰ ਵੀ ਜਾ ਰਹੇ ਸਾਰੇ ਹੈ। ਬੱਚੇ ਬਾਹਰ ਚਲੇ ਜਾਣਗੇ ਤਾਂ ਬਾਹਰ ਵੀ ਚਲੇ ਜਾਣਗੇ। ਕੁਝ ਜਿੰਨੇ ਤੇ ਹੈਗੇ ਹੈ ਉਹ ਟ੍ਰੇਨਡ ਨਹੀਂ ਹੈ, ਵੈਲ ਟ੍ਰੇਨਡ ਨਹੀਂ ਹੈ, ਵੈਲ ਐਜੂਕੇਟਿਡ ਵੀ ਨਹੀਂ ਹੈ ਔਰ ਵੈਲ ਟ੍ਰੇਨਡ ਵੀ ਨਹੀਂ ਹੈ। ਦੋਨੋਂ ਚੀਜ਼ਾਂ 50-50 ਹੋਣ ਫਿਰ ਬੰਦਾ ਵੈਲ ਐਜੂਕੇਟਿਡ ਕਹਾਂਦਾ ਹੈ। ਹੁਣ ਮਤਲਬ ਅਸੀਂ ਇੱਕ ਦੂਸਰਾ ਇਹ ਸਿਨੈਰੀਓ ਚੱਲ ਰਿਹਾ, ਇੰਡਸਟਰੀ ਇਸ ਟਾਈਮ ਫੀਮੇਲ ਨੂੰ ਪ੍ਰਮੋਟ ਕਰ ਰਹੀ ਹੈ। ਇੱਕ ਐਕਚੁਅਲੀ ਕੀ ਹੈ, ਪਿੱਛੇ ਇੱਕ ਸਿਨੈਰੀਓ ਆਇਆ ਸੀ, ਉਹਦੇ ਗੱਲ ਸੀ ਕਿ ਫੀਮੇਲਸ ਨੂੰ ਇੰਪਾਵਰਮੈਂਟ ਕਰਨ ਦੀ ਗੱਲ ਤਾਂ ਕਰਦੇ ਹੋ ਪਰ ਪ੍ਰਮੋਟ ਵੀ ਕਰੋ, ਫੀਲਡ 'ਚ ਲੈ ਕੇ ਵੀ ਆਓ, ਪਲੇਟਫਾਰਮ ਦਿਓ। ਹੁਣ ਜਿਹੜੀਆਂ ਬਹੁਤ ਅੱਛੀਆਂ ਕੰਪਨੀਜ਼ ਨੇ, ਬਹੁਤ ਵੱਡੀਆਂ ਨੇ,
ਉਹ ਪਲੇਟਫਾਰਮ ਦੇਣ ਨੂੰ ਰੈਡੀ ਨੇ, ਬਸ਼ਰਤੇ ਉਹਨਾਂ ਨੂੰ ਸਟੂਡੈਂਟ ਉਹਨਾਂ ਦੀ ਰਿਕੁਆਇਰਮੈਂਟ ਦਾ ਮਿਲਣਾ ਚਾਹੀਦਾ ਹੈ। ਜਿਹੜੀ ਛੋਟੀ ਇੰਡਸਟਰੀ ਹੈ ਉਹ ਫੀਮੇਲਸ ਨੂੰ ਪ੍ਰਮੋਟ ਨਹੀਂ ਕਰਦੀ। ਇੱਕ ਤਾਂ ਪ੍ਰੋਬਲਮ ਇਹ ਹੈ ਸਿਕਿਉਰਿਟੀ ਇਸ਼ੂ, ਦੂਸਰਾ ਸਾਰਿਆਂ ਨੂੰ ਇਹ ਹੁੰਦਾ ਹੈ ਕਿ ਮੇਬੀ ਇਹ ਮੈਰਿਜ ਕਰਕੇ ਕੰਮ ਛੱਡ ਕੇ ਚਲੇ ਜਾਵੇ, ਜਾਂ ਇਹ ਨਹੀਂ ਪਤਾ ਵੀ ਇਹ ਕਦੋਂ ਚਲੀ ਜਾਵੇ। ਇਹ ਇੱਥੇ ਚੱਲਦਾ ਹੈ, ਇਦਾਂ ਹੁੰਦਾ ਹੈ ਕਿ ਕੁੜੀਆਂ ਆ ਕੇ ਕਹਿਣ ਕਿ ਬਈ ਮੇਰਾ ਵਿਆਹ ਹੋ ਜਾ ਰਿਹਾ ਹੈ, ਕੁਝ ਵੀ ਹੈ, ਮੈਂ ਛੱਡ ਰਹੀ ਹਾਂ ਫੀਲਡ, ਜਾਂ ਪੇਰੈਂਟਸ ਆ ਕੇ ਕਹਿਣ। ਹਾਂਜੀ, ਇਹ ਬਹੁਤ ਕਾਮਨ ਚੀਜ਼ ਹੈ। ਆਏ ਨਹੀਂ ਪਤਾ ਕਿ ਕੋਈ ਛੋਟੀ ਜਿਹੀ ਪ੍ਰੋਬਲਮ ਕ੍ਰੀਏਟ ਹੋ ਗਈ ਤਾਂ ਵੀ ਅਗਲੇ ਵੱਲੋਂ ਆ ਜਾਂਦਾ ਹੈ ਵੀ ਨਹੀਂ ਜੀ ਸਾਡਾ ਬੱਚਾ ਨਹੀਂ ਆਊਗਾ। ਤੇ ਉੱਥੇ ਫਿਰ ਬੜਾ ਮਨ ਹਤਾਸ਼ ਹੁੰਦਾ ਕਿਉਂ ਕਿਸੇ ਨੂੰ 5-6 ਮਹੀਨੇ ਲਗਾ ਕੇ ਕੰਮ ਸਿਖਾਉਂਦੇ ਆਂਗੇ। ਇਸ ਕਰਕੇ ਇੰਡਸਟਰੀ ਪ੍ਰਮੋਟ ਨਹੀਂ ਕਰਦੀ। ਉਹਨਾਂ ਨੂੰ ਨਾ ਇੱਕ ਸਿਕਿਉਰਿਟੀ ਚਾਹੀਦੀ ਹੈ। ਜਿਵੇਂ ਲੜਕਾ ਹੈ, ਲੜਕੇ ਵੀ ਚਲੇ ਜਾਂਦੇ ਨੇ ਕੰਮ ਛੱਡ ਕੇ, ਬਟ ਪ੍ਰੋਬਲਮ ਇਹ ਹੈ ਕਿ ਲੜਕੇ ਦੇ ਰੈਪਲੀਕੇ ਲੜਕੇ ਬਹੁਤ ਪਏ ਨੇ। ਇੰਡਸਟਰੀ ਬਹੁਤ ਪ੍ਰੋਨ ਟੂ ਰਿਸਕ ਹੈ। ਤੁਹਾਡੇ ਫਾਦਰ ਸਾਹਿਬ ਨੇ ਵੀ ਕਿਹਾ ਕਿ ਮੈਂ ਉੱਤੋਂ ਤੋਂ ਲੈ ਕੇ ਥੱਲੇ ਤੱਕ ਜਲਿਆ ਹੋਇਆ। ਹਾਂ, ਤੇ ਤੁਸੀਂ ਫਿਰ ਵੀ ਐਗਰੀ ਹੋਏ ਕਿ ਇਸ ਫੀਲਡ ਦੇ ਵਿੱਚ ਆਉਣਾ? ਬਿਲਕੁਲ। ਗੱਲ ਇਹ ਦੇਖੋ ਵੀ ਮਿਸ ਹੈਪਨਿੰਗ ਹੋਣ ਦੇ ਚਾਂਸਸ ਕਿਸੇ ਵੀ ਫੀਲਡ 'ਚ ਹੁੰਦੇ ਨੇ, ਕਿੱਥੇ ਨਹੀਂ ਹੁੰਦੇ। ਆਪਾਂ ਰੋਡ 'ਤੇ ਤੁਰੇ ਜਾਂਦੇ ਹਾਂ, ਮਿਸ ਹੈਪਨਿੰਗ ਹੋਣ ਦਾ ਚਾਂਸ ਉੱਥੇ ਵੀ ਹੈ। ਤਾਂ ਇਹ ਤੋਂ ਡਰ ਕੇ ਤਾਂ ਕੋਈ ਚੀਜ਼ ਨਹੀਂ ਹੈ। ਮਿਸ ਹੈਪਨਿੰਗ ਹੋਣ ਦਾ ਚਾਂਸ ਸਾਡੇ ਘਰ ਦੇ ਵਿੱਚ ਵੀ ਹੁੰਦਾ। ਗੱਲ ਇਹ ਹੈ ਕਿ ਜਦੋਂ ਤੁਸੀਂ ਅਵੇਅਰ ਹੋ ਨਾ ਕਿ ਇਹ ਹੋ ਸਕਦਾ ਹੈ, ਫਿਰ ਮਿਸ ਹੈਪਨਿੰਗ ਤੋਂ ਬਚਿਆ ਜਾਂਦਾ ਹੈ। ਤੁਸੀਂ ਧਿਆਨ ਨਾਲ ਕੌਸ਼ਨ ਲੈ ਕੇ ਇਹ ਇੱਕ ਦਿਨ ਦੇ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਉਹਦੇ ਵਾਸਤੇ ਤੁਹਾਨੂੰ ਉਹਦੀ ਪ੍ਰੋਪਰ ਨੌਲੇਜ ਹੋਣੀ ਚਾਹੀਦੀ ਹੈ। ਫਿਰ ਵੀ ਕੋਈ ਇਨਸੀਡੈਂਟ ਹੋ ਜਾਏ ਤਾਂ ਕੀ ਵੱਡੀ ਗੱਲ ਹੈ, ਕੋਈ ਗੱਲ ਨਹੀਂ। ਆਪਣੇ ਨਾਮ ਤੇ ਕੋਈ ਬ੍ਰਾਂਡ ਖੋਲ੍ਹਣੇ, ਆਪਣੇ ਨਾਮ ਤੇ ਇੰਡਸਟਰੀ ਖੋਲ੍ਹਣੀ ਹੈ, ਕੋਈ ਹੈਗਾ ਵਿਜ਼ਨ ਇੱਦਾਂ ਦਾ ਕਿ ਮੇਰੇ ਨਾਮ ਤੇ ਹੋਏ ਔਰ ਉੱਥੇ ਸਾਰਾ ਸਿਰਫ ਫੀਮੇਲ ਸਟਾਫ ਕੰਮ ਕਰੇ? ਨਹੀਂ, ਐਵੇਂ ਦਾ ਇਹ ਵਿਜ਼ਨ ਨਹੀਂ ਹੈ ਕਿ ਕੋਈ ਚੀਜ਼ ਮੇਰੇ ਨਾਮ ਤੇ ਹੋਵੇ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਸਾਡਾ ਸਾਰਾ ਕੁਝ ਸੋਸ਼ਲ ਸਰਵਿਸ ਤੇ ਪਾਰਟ ਤੇ ਜਾਂਦਾ ਹੈ। ਔਰ ਦੂਸਰੀ ਗੱਲ ਇਹ ਹੈ ਕਿ ਇਹ ਮੇਰੇ ਉਸਤਾਦ ਦੇ ਨਾਮ ਤੇ ਹੈ। ਮੇਰੇ ਫਾਦਰ ਮੇਰੇ ਉਸਤਾਦ ਵੀ ਰਹੇ ਨੇ, ਤਾਂ ਮੇਰੇ ਵਾਸਤੇ ਇਹ ਚੀਜ਼ ਨੂੰ ਚੇਂਜ ਕਰਨਾ ਮਤਲਬ ਮੈਂ ਸੋਚਦੀ ਵੀ ਨਹੀਂ ਹਾਂ। ਨਹੀਂ, ਚੀਜ਼ ਨਹੀਂ, ਆਪਣੀ ਅਲੱਗ ਖੋਲ੍ਹਣੀ ਕਿ ਨਹੀਂ ਐਵੇਂ ਤਾਂ ਕੁਝ ਨਹੀਂ ਹੈ। ਦੇਖੋ ਗੱਲ ਇਹ ਹੈ ਕਿ ਇਹ ਸੈਟਅਪ ਹੈ, ਇਹ ਸਾਡਾ ਹੈ, ਅਸੀਂ ਇਹਨੂੰ ਹੋਰ ਵਧਾਉਣ ਤੇ ਲੱਗੇ ਹੋਏ ਹਾਂ। ਅਸੀਂ ਇਹ ਚਾਹੁੰਦੇ ਹਾਂ ਵੀ ਇਹੀ ਡਿਵੈਲਪ ਕਰੇ, ਇੰਨਾ ਡਿਵੈਲਪ ਕਰੇ ਵੀ ਲੋਕ ਇਹ ਤੋਂ ਮਤਲਬ ਇੱਕ ਤਰ੍ਹਾਂ ਨਾਲ ਇੰਸਪੀਰੇਸ਼ਨ ਵੀ ਲੈਣ। ਹਾਂ, ਫੀਮੇਲਸ ਨੂੰ ਅਸੀਂ ਜ਼ਰੂਰ ਚਾਹੁੰਦੇ ਹਾਂ। ਇਹ ਮੇਰੀ ਜ਼ਰੂਰ ਵਿਸ਼ ਹੈ ਕਿ ਮੇਰੀ ਪੂਰੀ ਟੀਮ ਫੀਮੇਲਸ ਦੀ ਹੋਵੇ। ਇਹ ਵਿਸ਼ ਹੈਗੀ ਹੈ, ਇਹ ਵਿਸ਼ ਪੂਰੀ ਹੈ, ਜ਼ਰੂਰ ਹੈ। ਔਰ ਮੈਂ ਇਹ 'ਤੇ ਲੱਗੀ ਵੀ ਹੋਈ ਹਾਂ ਕਾਫੀ ਨੂੰ ਲੱਭਣ ਦੇ ਵਿੱਚ ਕਿ ਐਵੇਂ ਦੀ ਟੀਮ ਮਿਲੇ ਜਾਂ ਐਵੇਂ ਦੇ ਸਟੂਡੈਂਟ ਮਿਲੇ ਜੋ ਸਾਡੇ ਨਾਲ ਰਲ ਕੇ ਚੱਲਣ ਦੇ ਵਿਲਿੰਗ ਹੋਣ। ਤਾਂ ਅਸੀਂ ਵੀ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਜੇ ਤੁਹਾਨੂੰ ਕੋਈ ਮਿਲੇਗਾ ਤਾਂ ਅਸੀਂ ਵੀ ਥੈਂਕਫੁਲ ਹੋਵਾਂਗੇ ਨਾ, ਜੇਕਰ ਕੋਈ ਵੀ ਚਾਹੇ ਇੱਥੇ ਆ ਕੇ ਕੰਮ ਕਰਨਾ, ਪ੍ਰੋਵਾਈਡਡ ਤੁਸੀਂ ਫੋਨ ਨਹੀਂ ਯੂਜ਼ ਕਰਨਾ। ਬਿਲਕੁਲ, ਤਾਂ ਤੁਸੀਂ ਇੱਥੇ ਆ ਕੇ ਜੁਆਇਨ ਕਰ ਸਕਦੇ ਹੋ। ਬਿਲਕੁਲ। ਹੋਰ ਕਿਸੇ ਨੂੰ ਕੋਈ ਕੁਐਰੀਜ਼ ਹੈ, ਕੋਈ ਆ ਕੇ ਦੇਖ ਸਕਦਾ ਹੈ। ਪੇਰੈਂਟਸ ਨੇ ਨਾਲ ਆ ਕੇ ਦੇਖ ਸਕਦੇ ਨੇ, ਬੱਚੇ ਨਾਲ 2-3 ਦਿਨ ਰਹਿ ਕੇ ਦੇਖ ਸਕਦੇ ਨੇ, ਅਸੀਂ ਉਹਦੀ ਪਰਮਿਸ਼ਨ ਦਿੰਦੇ ਹਾਂ। ਔਰ ਜਾਂਦੇ ਜਾਂਦੇ ਆਡੀਅנס ਨੂੰ ਕੀ ਮੈਸੇਜ ਦੇਣਾ ਚਾਹੋਗੇ? ਬਿਕੋਜ਼ ਯੰਗ ਐਂਟਰਪ੍ਰੈਨਿਓਰਸ ਦਾ ਅੱਜ ਕੱਲ੍ਹ ਜ਼ਮਾਨਾ ਹੈ ਨਾ, ਬਹੁਤ ਛੋਟੀ ਉਮਰ ਦੇ ਵਿੱਚ ਆਪਣਾ ਫੀਲਡ ਡਿਸਾਈਡ ਕਰਕੇ ਸਾਰੇ ਅੱਗੇ ਆ ਰਹੇ ਨੇ। ਕਿਉਂਕਿ ਜੇ ਪਿੱਛੇ ਜ਼ਮਾਨੇ ਦੀ ਗੱਲ ਕਰੀਏ ਤਾਂ 35 ਸਾਲ ਤੱਕ ਵੀ ਕਿਸੇ ਨੂੰ ਨਹੀਂ ਪਤਾ ਹੁੰਦਾ ਸੀ ਕਿ ਕੀ ਕਰ ਕੀ ਰਿਹਾ ਔਰ ਗੋਲ ਕੀ ਹੈ। ਬਟ ਤੁਹਾਡਾ ਵਿਜ਼ਨ ਇੱਕ ਛੋਟੀ ਏਜ ਦੇ ਵਿੱਚ ਬਹੁਤ ਕਲੀਅਰ ਹੈ। ਕੀ ਮੈਸੇਜ ਦੇਣਾ ਚਾਹੋਗੇ ਯੰਗ ਐਂਟਰਪ੍ਰੈਨਿਓਰਸ ਨੂੰ ਜਾਂ ਫਿਰ ਹੋਰ ਕੁੜੀਆਂ ਮੁੰਡੇ ਜੋ ਇਸ ਫੀਲਡ ਦੇ ਵਿੱਚ ਆਉਣਾ ਚਾਹੁੰਦੇ ਨੇ? ਅਸੀਂ ਇੱਕੋ ਹੀ ਚਾਹਾਂਗੇ ਵੀ ਫੀਲਡ 'ਚ ਜਾਓ, ਕਿਸੇ ਵੀ ਫੀਲਡ 'ਚ ਜਾਓ, ਚਾਹੇ ਇੰਜੀਨੀਅਰਿੰਗ 'ਚ ਆਓ, ਬਟ ਪ੍ਰੈਕਟੀਕਲ ਤੋਂ ਡਰਿਓ ਨਾ। ਇੱਕ ਚੀਜ਼ ਨਾਲ ਕੌਨਫੀਡੈਂਟ ਹੋ ਕੇ ਆਪਦੇ ਮਾਈਂਡ ਨੂੰ ਪ੍ਰਿਪੇਅਰ ਹੋ ਕੇ ਜਾਓ। ਜਿਸ ਵੀ ਫੀਲਡ 'ਚ ਜਾ ਰਹੇ ਹੋ, ਐਜੂਕੇਸ਼ਨ ਵੀ ਲੈ ਰਹੇ ਹੋ ਨਾ ਫੀਲਡ ਦੀ, ਜੇ ਤੁਸੀਂ ਉਹਦੇ ਵਿੱਚ ਪ੍ਰੈਕਟੀਕਲੀ ਅੱਗੇ ਨਹੀਂ ਵੱਧ ਸਕਦੇ, ਤੁਹਾਡੀਆਂ ਕੋਈ ਲਿਮਿਟੇਸ਼ਨਸ ਨੇ, ਤਾਂ ਉਹਨੂੰ ਛੱਡ ਕੇ ਉਹ 'ਚ ਕਰੋ ਜੀ ਤੁਸੀਂ ਅੱਗੇ ਵੱਧ ਸਕਦੇ ਹੋ। ਪਰ ਜਿਹਨੂੰ ਕਰੋਗੇ ਪੂਰਾ ਕਰੋ, ਦਿਲ ਨਾਲ ਕਰੋ, ਹਾਫ ਨਾ ਛੱਡੋ। ਇਹ ਨਹੀਂ ਹੈ, ਹਾਂ ਮਤਲਬ ਇਹ ਨਹੀਂ ਹੈ ਕਿ ਪੜ੍ਹ ਕੇ ਛੱਡ ਦਿਓ, ਠੀਕ ਹੈ, ਜਾਂ ਥੋੜ੍ਹੀ ਦੇਰ ਕਰਕੇ ਛੱਡ ਦਿਓ। ਕੈਰੀਅਰ ਬਣਾਓ, ਉਹਨੂੰ ਇੱਕ ਇੰਸਪੀਰੇਸ਼ਨ ਬਣਾਓ ਵਾਕਿਆਂ ਲਈ। ਅੱਛਾ, ਪਾਪਾ ਦੇ ਨਾਲ ਸੈਲਰੀ ਬੇਸਿਸ ਤੇ ਕੰਮ ਕਰਦੇ ਹੋ ਜਾਂ ਫਿਰ ਆਪਣਾ ਫਿਕਸਡ ਰੱਖਿਆ ਹੋਇਆ ਕਿ ਇੰਨਾ ਪਰਸੈਂਟ ਮੇਰਾ, ਪਰਸੈਂਟੇਜ ਹੋਗੀ ਮੇਰੀ? ਨਹੀਂ, ਐਵੇਂ ਦਾ ਕੁਝ ਨਹੀਂ ਹੈ। ਦੇਖੋ ਗੱਲ ਇਹ ਹੈ ਕਿ ਸੈਲਰੀ ਦਾ ਤਾਂ ਮਤਲਬ ਹੀ ਪਤਾ ਨਹੀਂ ਹੁੰਦਾ। ਹਾਂ, ਇੱਕ ਚੀਜ਼ ਹੈ, ਜੋ ਗੌਰਮੈਂਟ ਰਿਕਾਰਡਸ ਨੇ, ਜੋ ਕਮਰਸ਼ੀਅਲ ਰਿਕਾਰਡਸ ਨੇ, ਉਹ ਸਾਡੀ ਫਾਈਨੈਂਸ ਟੀਮ ਮੈਨੇਜ ਕਰਦੀ ਹੈ, ਉਹ ਸਾਡੀ ਹੈਡੇਕ ਨਹੀਂ ਹੈ। ਇੱਕ ਲਿਮਿਟ ਦੀ ਰਿਸਟ੍ਰਿਕਸ਼ਨ ਹੁੰਦੀ ਹੈ ਕਿ ਜਿਵੇਂ ਮੈਨੂੰ ਜਿਸ ਚੀਜ਼ ਦੀ ਨੀਡ ਹੁੰਦੀ ਹੈ ਉਹ ਚੀਜ਼ ਮੈਨੂੰ ਮਿਲ ਜਾਂਦੀ ਹੈ, ਉਨੀ ਕੁ ਫੈਸਿਲਿਟੀ ਪੂਰੀ ਹੋ ਜਾਂਦੀ ਹੈ, ਉਨੀ ਕੁ ਪਾਕਟ ਮਨੀ ਪਾਪਾ ਮੈਨੂੰ ਦੇ ਦਿੰਦੇ ਨੇਗੇ। ਕਮੀ ਕਿਸੇ ਚੀਜ਼ ਦੀ ਨਹੀਂ ਰੱਖੀ ਕਦੇ ਵੀ। ਬਾਕੀ ਇਹ ਤਾਂ ਮਤਲਬ ਜੋ ਸੈਲਰੀ ਵਗੈਰਾ ਹੁੰਦੇ, ਇਹ ਸਾਰੇ ਗੌਰਮੈਂਟ ਮੈਟਰਸ ਨੇ, ਲੀਗਲ ਮੈਟਰਸ ਨੇ, ਇਹਦੇ ਵਿੱਚ ਅਸੀਂ ਇੰਟਰਫੇਅਰ ਨਹੀਂ ਕਰਦੇ। ਠੀਕ ਹੈ ਜੀ, ਠੀਕ ਹੈ। ਬਹੁਤ ਵਧੀਆ ਲੱਗਿਆ ਖੁਸ਼ਪ੍ਰੀਤ ਤੁਹਾਡੇ ਨਾਲ ਗੱਲ ਕਰਕੇ। ਐਂਡ ਤੁਸੀਂ ਬਹੁਤ ਕੁੜੀਆਂ ਲਈ ਮੋਟੀਵੇਸ਼ਨ ਹੋ, ਇੰਸਪੀਰੇਸ਼ਨ ਹੋ, ਜੋ ਇਸ ਫੀਲਡ ਦੇ ਵਿੱਚ ਕਦਮ ਨਹੀਂ ਰੱਖ ਪਾ ਰਹੀਆਂ ਬਿਕੋਜ਼ ਆਫ ਸੋ ਮੈਨੀ ਆਬਸਟੀਕਲਸ। ਬਟ ਤੁਸੀਂ ਦੇਖੋ, ਜੇ ਇਹ ਕਰ ਸਕਦੀ ਹੈ ਤਾਂ ਤੁਸੀਂ ਵੀ ਸਾਰੇ ਕਰ ਸਕਦੇ ਹੋ। ਤਾਂ ਜਿੰਨੇ ਵੀ ਵਿਘਨ ਆਉਣਗੇ ਰਸਤੇ ਦੇ ਵਿੱਚ, ਸਾਰਿਆਂ ਨੂੰ ਓਵਰਕਮ ਕਰਨਾ ਹੀ ਪਏਗਾ। ਜੇ ਕੁਝ ਅਚੀਵ ਕਰਨਾ ਜ਼ਿੰਦਗੀ ਦੇ ਵਿੱਚ ਤਾਂ ਹਾਰ ਨਹੀਂ ਸਕਦੇ, ਜਿੱਤਣਾ ਹੀ ਪੈਣਾ ਹੈ ਔਰ ਜਿੱਤਣ ਲਈ ਕੁਝ ਕਰਨਾ ਹੀ ਪੈਣਾ ਹੈ। ਸੋ ਖੁਸ਼ਪ੍ਰੀਤ, ਬਹੁਤ ਵਧੀਆ ਲੱਗਿਆ। ਇਹਦੇ ਵਿੱਚ ਇੱਕ ਕਿਊਟ ਪੜੀ ਸੀ ਕਦੇ,
ਤੇ ਉਹ ਬਿਲਕੁਲ ਇੰਪਲੀਮੈਂਟ ਹੁੰਦੀ ਹੈ। ਸਾਰਿਆਂ ਨੂੰ ਦੱਸਣੀ ਵੀ ਚਾਹਾਂਗੀ ਕਿ ਜੇ ਸੁਪਨੇ ਤੁਹਾਡੇ ਨੇ ਤਾਂ ਉਹਨੂੰ ਪੂਰਾ ਕਰਨ ਦਾ ਤੁਹਾਡੇ ਤੇ ਡਿਪੈਂਡ ਹੈ। ਹਾਂ, ਉਹ ਤੁਹਾਡੀ ਜ਼ਿੰਮੇਵਾਰੀ ਸੋ ਉਹਨੂੰ ਇੰਪਲੀਮੈਂਟ ਕਰੋ, ਪੂਰੀ ਰਿਸਪੌਂਸਿਬਿਲਟੀ ਨਾ ਲਓ। ਲੜਕੀਆਂ ਨੂੰ ਇੱਕੋ ਹੀ ਹੈ ਵੀ ਬਰਾਬਰ ਦੇ ਰਾਈਟਸ ਲਓ, ਪਰ ਬਰਾਬਰ ਦੀ ਰਿਸਪੌਂਸਿਬਿਲਟੀ ਚੱਕ ਕੇ। ਜੀ। ਇਕੱਲੇ ਰਾਈਟਸ ਨਹੀਂ ਹੁੰਦੇ, ਇਕੱਲੀ ਰਿਸਪੌਂਸਿਬਿਲਟੀ ਨਹੀਂ ਹੁੰਦੀ। ਰਾਈਟਸ ਲੈਣੇ ਨੇ, ਰਿਸਪੌਂਸਿਬਿਲਟੀ ਬਰਾਬਰ ਦੀ ਲੈਣੀ ਪਏਗੀ। ਹਾਂ, ਰਿਸਪੌਂਸਿਬਿਲਟੀ ਬਰਾਬਰਲੀ ਮੁੰਡੇ ਵੀ ਲੈਣ, ਘਰ ਦੇ ਕੰਮ ਮੁੰਡੇ ਵੀ ਕਰਨ ਜੇ ਕੁੜੀਆਂ ਕਰਦੀਆਂ ਤਾਂ। ਬਿਲਕੁਲ ਕਰਨਗੇ। ਜੇ ਤੁਸੀਂ ਇੱਕ ਫੀਲਡ ਦੇ ਵਿੱਚ ਐਕਸਪੀਰੀਅੰਸਡ ਹੋ, ਦੋ ਜਣੇ ਨੇ, ਦੋ ਪਾਰਟਨਰਸ ਨੇ, ਇੱਕ ਫੀਲਡ ਦੇ ਦੋਨੋਂ ਆਪਦੇ ਫੀਲਡ 'ਚ ਕੰਮ ਕਰ ਰਹੇ ਨੇ, ਦੈਨ ਵਾਈ ਨਾਟ। ਉਹਨਾਂ ਦੀ ਸੋਚ ਇਹੋ ਜਿਹੀ ਕਿਉਂ ਨਹੀਂ ਹੋਏਗੀ ਕਿ ਅਸੀਂ ਹਰ ਚੀਜ਼ ਦੇ ਵਿੱਚ ਬਰਾਬਰ ਦੇ ਕੰਮ ਕਰੀਏ। ਜੇ ਕੁੜੀ ਨਾਲ ਕਮਾ ਵੀ ਰਹੀ ਹੈ ਤਾਂ ਮੁੰਡਾ ਨਾਲ ਹੈਲਪ ਵੀ ਕਰੇਗਾ, ਬਿਲਕੁਲ ਕਰੇਗਾ। ਉਮੀਦ ਕਰਦੇ ਹਾਂ ਕਿ ਇੱਦਾਂ ਦੀ ਸੁਸਾਇਟੀ ਐਵੇਂ ਦਾ ਕਮਾ ਰਹੇ ਹੋ ਤਾਂ ਤੁਸੀਂ ਐਟਲੀਸਟ ਆਪਦਾ ਪਾਰਟਨਰ ਵੀ ਇਹੋ ਜਿਹਾ ਕੰਪੈਟੇਬਲ ਹੀ ਲੱਭੋਗੇ ਨਾ ਆਪਦੇ। ਤਾਂ ਤੁਸੀਂ ਐਵੇਂ ਤਾਂ ਕੋਈ ਨਹੀਂ ਲੱਭੋਗੇ ਵੀ ਜੋ ਤੁਹਾਨੂੰ ਰਿਸਟ੍ਰਿਕਟ ਕਰੇ। ਤੁਸੀਂ ਇੰਨੀ ਮਿਹਨਤ ਵੀ ਕੀਤੀ ਹੈ ਤਾਂ ਤੁਸੀਂ ਡਿਜ਼ਰਵ ਕਰਦੇ ਹੋ ਵੀ ਤੁਹਾਨੂੰ ਕੰਪੈਟੇਬਲ ਓਪੀਨੀਅਨ ਮਿਲੇ। ਤੁਸੀਂ ਤਾਂ ਨਹੀਂ ਕਦੀ ਸੋਚਿਆ ਕਿ ਮੈਨੂੰ ਛੱਡਣਾ ਪਏਗਾ, ਮੇਰਾ ਵਿਆਹ ਹੋ ਜਾਏਗਾ ਔਰ ਮੈਨੂੰ ਕੋਈ ਇਹ ਨਾ ਕਹੇ ਕਿ ਹੁਣ ਤੈਨੂੰ ਇਹ ਫੀਲਡ ਛੱਡਣੀ ਪੈਂਦੀ ਹੈ ਕਿਉਂਕਿ ਕੁੜੀਆਂ ਨਹੀਂ ਇਹ ਕੰਮ ਕਰਦੀਆਂ? ਨਹੀਂ, ਦੇਖੋ ਮੈਂ ਪਹਿਲੀ ਗੱਲ ਤਾਂ ਹਲੇ ਵਿਆਹ ਮਾਈਂਡ 'ਚ ਨਹੀਂ ਹੈ, ਅਤੇ ਦੂਸਰੀ ਗੱਲ ਮੈਂ ਇੱਕ ਚੀਜ਼ ਨੂੰ ਲੈ ਕੇ ਕਲੀਅਰ ਕਰਾਂ ਕਿ ਮੈਂ ਆਪਦੇ ਕਰੀਅਰ ਨੂੰ ਕਿਸੇ ਵੀ ਪੁਆਇੰਟ 'ਤੇ ਛੱਡ ਕੇ ਰੈਡੀ ਨਹੀਂ ਹਾਂ। ਹਾਂ, ਮੈਂ ਜੋ ਵੀ ਪਾਰਟਨਰ ਲੱਭੂੰਗੀ ਇੱਕ ਇਹੋ ਜਿਹਾ ਜ਼ਰੂਰ ਲੱਭੂੰਗੀ ਜੋ ਇਸ ਗੱਲ ਨੂੰ ਸਮਝਦਾ ਹੋਵੇ, ਇਸ ਗੱਲ ਦੀ ਰਿਸਪੈਕਟ ਕਰਦਾ ਹੋਵੇ। ਬਟ ਆਪਦਾ ਕਰੀਅਰ ਕਿਸੇ ਵਾਸਤੇ ਵੀ ਛੱਡਣਾ ਚੰਗੀ ਗੱਲ ਨਹੀਂ। ਮੈंने ਬਹੁਤ ਮਿਹਨਤ ਕੀਤੀ ਹੈ ਇਸ ਵਾਸਤੇ, ਤੇ ਛੱਡਣ ਦਾ ਕੀ ਲੌਜਿਕ ਹੈ? ਮੈਰਿਜ ਇਜ਼ ਅ ਪਾਰਟ ਆਫ ਲਾਈਫ, ਨਾਟ ਦ ਐਂਡ ਆਫ ਲਾਈਫ। ਐਗਜ਼ੈਕਟਲੀ ਬਹੁਤ ਵਧੀਆ ਵਿਚਾਰ ਨੇ ਔਰ ਉਮੀਦ ਕਰਦੇ ਹਾਂ ਇੱਦਾਂ ਦੀ ਹਰ ਕੁੜੀ ਬਣੇ। ਸੋ ਥੈਂਕ ਯੂ ਸੋ ਮਚ ਖੁਸ਼ਪ੍ਰੀਤ ਅੱਜ ਇਸ ਪਲੇਟਫਾਰਮ ਤੇ ਸਾਡੇ ਨਾਲ ਜੁੜਨ ਲਈ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ। ਸੋ ਅੱਜ ਖੁਸ਼ਪ੍ਰੀਤ ਦੇ ਨਾਲ ਤੁਹਾਡੀ ਗੱਲ ਕਰਾਈ ਔਰ ਤੁਰੀ ਦੀ ਰਹਿਣ ਵਾਲੀ ਇਹ ਕੁੜੀ ਹੈ, 23 ਸਾਲ ਇਸ ਦੀ ਉਮਰ ਹੈ ਔਰ ਆਪਣੀ ਇੰਡਸਟਰੀ ਚਲਾਉਂਦੀ ਹੈ ਔਰ 6 ਸਾਲ ਤੋਂ ਇਲੈਕਟ੍ਰੀਕਲ ਫੀਲਡ ਦੇ ਵਿੱਚ ਕੰਮ ਕਰਦੀ ਹੈ। ਅਜਿਹਾ ਫੀਲਡ ਜਿੱਥੇ ਆਪਾਂ ਕਹਿ ਦਿੰਦੇ ਕਿ ਕੁੜੀਆਂ ਕੰਮ ਨਹੀਂ ਕਰਦੀਆਂ, ਕੁੜੀਆਂ ਇੱਥੇ ਨਹੀਂ ਆ ਸਕਦੀਆਂ ਟਾਈਮਿੰਗਸ ਦੇ ਕਰਕੇ ਜਾਂ ਕੰਮ ਦੇ ਕਰਕੇ, ਪਰ ਆ ਦੇਖੋ ਸਾਰੇ ਰਿਕਾਰਡਸ ਤੋੜਦੀ ਹੋਈ ਆ ਜਿੱਥੇ ਆਪਣੀ ਆਪ ਇੰਡਸਟਰੀ ਰਨ ਕਰ ਰਹੀ ਹੈ। ਸੋ ਇਸ ਦੀ ਅੱਜ ਦੀ ਰਿਪੋਰਟ ਕੈਮਰਾ ਪਰਸਨ ਹੈਪੀ ਦੇ ਨਾਲ, ਜਿਸ ਨੂੰ ਤਵਨ ਡੇਲੀ ਪੋਸਟ ਪੰਜਾਬੀ।